ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਆਸਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੁਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਵਹਿਰ ਦੋਵੇਂ ਬਾਦ ਮਹਾਨਾ। ਚੜ ਬੀਵਾਨ ਪਰ ਕਿਰਪਾ ਨਿਧਾਨਾ। ਗਮਨ ਕੀਨ ਊਰਦ ਕੀ ਓਰਾ। ਜੈ ਜੈ ਸ਼ਬਦ ਸੁਰਨ ਮੈਂ ਸ਼ੋਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿ
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਦੀ ਕਥਾ ਦੀ ਸਮਾਪਤੀ ਹੋਈ ਹੈ। ਇਹ ਸੰਪੂਰਨ ਕਥਾ ਵਰਣਨ ਕਰਕੇ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਨਹੀਂ ਆਖਿਆ ਕਿ ਕਥਾ ਪੂਰਨ ਕਰ ਦਿੱਤੀ ਹੈ। ਉਹ ਕਹਿੰਦੇ ਬੇਅੰਤ ਗੁਣ ਨੇ ਸਾਹਿਬ ਦੇ, ਕੁਝ ਕੁ ਗੁਣ ਕਹਿ ਸਕਿਆ ਜਿਹੜੇ ਗੁਰੂ ਸਾਹਿਬ ਨੇ ਕਹਾਏ ਨੇ, ਪਰ ਇੱਥੇ ਬਸ ਨਹੀਂ ਹੈ। ਗੁਰੂ ਸਾਹਿਬ ਜੀ ਦੀ ਕਥਾ ਹੋਰ ਪਰੇ ਤੋਂ ਪਰੇ ਅਗੰਮ ਤੇ ਅਕੱਥ ਹੈ। ਕਰਤਾਰਪੁਰ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ, ਜਿੱਥੇ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਗਮਨ ਕੀਤੇ ਹਨ, ਬੇਅੰਤ ਸੰਗਤਾਂ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਣ ਸਮੇਂ ਹਾਜ਼ਰ ਹੋਈਆਂ ਨੇ। ਅੱਸੂ ਵਧੀ ਦਸਵੀਂ ਦਾ ਦਿਨ ਹੈ। ਸਿੰਘ ਦੱਸ ਰਹੇ ਸਨ ਵੀ ਅੱਜ ਵੀ ਦਸਵੀਂ ਦਾ ਹੀ ਦਿਨ ਹੈ ਤੇ ਗੁਰੂ ਪਾਤਸ਼ਾਹ ਦੀ ਜਨਮ ਸਾਖੀ ਦੀ ਕਥਾ ਦੀ ਸਮਾਪਤੀ ਦੇਵਨੇਤ ਦਸਵੀਂ ਵਾਲੇ ਦਿਨ ਹੀ ਹੋ ਰਹੀ ਹੈ। ਅੱਸੂ ਵਧੀ ਦਸਵੀਂ ਦਾ ਦਿਨ ਸੀ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰ ਨੇ। ਹਿੰਦੂ, ਮੁਸਲਮਾਨ, ਸਿੱਖ, ਜੋਗੀ, ਜੰਗਮ, ਸੰਨਿਆਸੀ, ਬੈਰਾਗੀ ਸਭ ਮਹਾਰਾਜ ਜੀ ਦੇ ਚਰਨਾਂ ਦੇ ਦਰਸ਼ਨ ਕਰਨ ਆਏ ਹਨ। ਸਭ ਨੂੰ ਦਰਸ਼ਨ ਦਿਦਾਰੇ ਬਖਸ਼ਦਿਆਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਚਾਦਰਾ ਸਰੀਰ ਤੇ ਲਿਆ ਔਰ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕੀਤਾ। ਕਨਾਤ ਤਣੀ ਹੋਈ ਸੀ ਇੱਕ ਸੇਵਾਦਾਰ ਮਹਾਰਾਜ ਜੀ ਦੇ ਪਾਸ। ਇੰਨੇ ਨੂੰ ਕੁਝ ਸ਼ਸਤਰਧਾਰੀ ਪਠਾਨ ਆਏ, ਕਹਿਣ ਲੱਗੇ ਜੀ ਅਸੀਂ ਵੀ ਗੁਰੂ ਸਾਹਿਬ ਦੇ ਮੁਰੀਦ ਹਾਂ, ਅਸੀਂ ਉਹਨਾਂ ਦੇ ਦਰਸ਼ਨ ਕਰਨੇ ਨੇ। ਜਿਹੜੇ ਬਾਹਰ ਸਿੰਘ ਪਹਿਰੇ ਤੇ ਖਲੋਤੇ ਸਨ ਉਹਨਾਂ ਆਖਿਆ ਜੀ ਤੁਸੀਂ ਲੇਟ ਹੋ ਗਏ ਹੋ, ਸਤਿਗੁਰਾਂ ਨੇ ਕਨਾਤ ਤਾਣ ਲਈ ਹੈ ਤੇ ਉਹ ਸਰੀਰ ਤਿਆਗ ਗਏ ਹਨ ਕਿ ਹੁਣ ਉਹਨਾਂ ਦੇ ਪਾਵਨ ਸਰੀਰ ਦਾ ਜਦੋਂ ਅੰਗੀਠਾ ਬਣੇਗਾ ਦਰਸ਼ਨ ਕਰ ਲੈਣਾ। ਪਰ ਉਹ ਪਠਾਨ ਕਹਿਣ ਲੱਗੇ ਜੀ ਅਸੀਂ ਤਾਂ ਅੰਦਰ ਜਾਵਾਂਗੇ, ਜੇ ਤੁਸੀਂ ਜਾ ਕੇ ਅੰਦਰ ਦਰਸ਼ਨ ਕੀਤੇ ਨੇ ਸਾਨੂੰ ਕਿਉਂ ਰੋਕਦੇ ਹੋ, ਅਸੀਂ ਵੀ ਗੁਰੂ ਸਾਹਿਬ ਦੇ ਮੁਰੀਦ ਹਾਂ। ਕਾਫੀ ਜ਼ਿਆਦਾ ਵਿਵਾਦ ਵੱਧ ਗਿਆ, ਇੱਥੋਂ ਤੱਕ ਕਿ ਪਠਾਨਾਂ ਤੇ ਕੁਝ ਹਿੰਦੂਆਂ ਨੇ ਤਲਵਾਰਾਂ ਤੱਕ ਧੂ ਲਈਆਂ ਲੜਨ ਵਾਸਤੇ। ਉਹ ਕਹਿਣ ਸਾਡਾ ਹੱਕ ਹੈ, ਪਠਾਨ ਕਹਿਣ ਜੀ ਸਾਡਾ ਹੱਕ ਵੱਧ ਹੈ। ਜਿਹੜਾ ਸਿੱਖ ਮਹਾਰਾਜ ਜੀ ਦੇ ਸਰੀਰ ਦੇ ਪਾਸ ਸੀ ਅੰਦਰ ਭਾਈ ਸਧਾਰਨ, ਉਹ ਬਾਹਰ ਆ ਗਿਆ ਰੌਲਾ ਸੁਣ ਕੇ। ਉਧਰੋਂ ਪਾਤਸ਼ਾਹ ਨੇ ਇਹਨਾਂ ਦਾ ਝਗੜਾ ਹੀ ਨਿਬੇੜ ਦਿੱਤਾ, ਆਪਣਾ ਸਰੀਰ ਹੀ ਪਾਤਸ਼ਾਹ ਨੇ ਅਲੋਪ ਕਰ ਲਿਆ, ਅੰਤਰ ਧਿਆਨ ਕਰ ਲਿਆ। ਕਿਉਂਕਿ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਬਸ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਤਾਂ ਗੁਰੂ ਅੰਗਦ ਸਾਹਿਬ ਦੇ ਹਿਰਦੇ ਚੁਣ ਪ੍ਰਕਾਸ਼ ਰਹੇ। ਪਾਤਸ਼ਾਹ ਨੇ ਆਪਣਾ ਸਰੀਰ ਵੀ ਅੰਤਰ ਧਿਆਨ ਕਰ ਲਿਆ। ਉਹ ਕਥਾ ਚੱਲ ਰਹੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਕਥਾ ਦੀ ਸਮਾਪਤੀ ਦੇ ਇਸ ਯੱਗ ਵਿੱਚ ਆਈਆਂ ਹੋਈਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਗੁਰੂ ਘਰ ਵੱਲੋਂ ਜੀਓ ਆਇਆ ਹੈ। ਦੂਰੋਂ ਦੂਰੋਂ ਸੰਗਤ ਆਈ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਗੁਰੂ ਰਾਮਦਾਸ ਸਾਹਿਬ ਦੀ ਨਗਰੀ ਤੋਂ, ਇਸੇ ਤਰ੍ਹਾਂ ਕੋਈ ਜਲੰਧਰ ਤੋਂ ਆਏ ਨੇ, ਇਧਰ ਹਰਿਆਣੇ ਚੋਂ ਬਹੁਤ ਸਾਰੇ ਗੁਰਸਿੱਖ, ਕੋਈ ਕਰਨਾਲ ਤੋਂ, ਪਾਣੀਪਤ ਤੋਂ। ਬੇਅੰਤ ਗੁਰਮੁਖ ਪਿਆਰੇ ਹਾਜ਼ਰੀਆਂ ਭਰ ਰਹੇ ਨੇ। ਜਿੰਨੀਆਂ ਵੀ ਸੰਗਤਾਂ ਆਈਆਂ ਹਨ ਸਭ ਨੂੰ ਜੀਓ ਆਇਆ ਔਰ ਸਭ ਦੇ ਚਰਨਾਂ ਤੇ ਨਮਸਕਾਰ ਹੈ। ਆਓ ਗੁਰੂ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਹੋਇਆਂ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਵਹਿਰ ਦੋ ਮੈਂ ਬਾਦ ਮਹਾਨਾ। ਹੁਣ ਬਾਹਰ ਕੀ ਹੋ ਰਿਹਾ? ਕਨਾਤ ਦੇ ਜਿੱਥੇ ਸਤਿਗੁਰਾਂ ਨੇ ਅੰਦਰ ਸਰੀਰ ਤਿਆਗਿਆ, ਕਨਾਤ ਤੋਂ ਬਾਹਰ ਇੱਕਦਮ ਸ਼ੋਰ ਮਚਿਆ ਹੋਇਆ। ਪਠਾਨ ਲੜਨ ਨੂੰ ਪੈਂਦੇ ਐ। ਅੱਗੋਂ ਕਈ ਹਿੰਦੂ ਤਲਵਾਰਾਂ ਲੈ ਕੇ ਆਣ ਪਹੁੰਚੇ ਨੇ। ਜਿਹੜੇ ਸਿਆਣੇ ਸਿਆਣੇ ਗੁਰਸਿੱਖ ਸਨ ਵਿੱਚ ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਸ਼, ਉਹ ਵਿੱਚ ਪੈ ਕੇ ਮਸਲਾ ਸ਼ਾਂਤ ਕਰ ਰਹੇ ਹਨ। ਚੜ ਬੀਵਾਨ ਪਰ ਕਿਰਪਾ ਨਿਧਾਨਾ। ਇਹ ਇਧਰ ਰੌਲਾ ਹੀ ਪਾਉਂਦੇ ਰਹਿ ਗਏ, ਉਧਰੋਂ ਸਤਿਗੁਰਾਂ ਨੇ ਆਪਣੀ ਦੇਹ ਵੀ ਅਲੋਪ ਕਰ ਲਈ। ਅੱਸੂ ਵਧੀ ਦਸਵੀਂ ਵਾਲੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਦੇ ਸਮੇਤ
ਵਿਮਾਨ 'ਚ ਸਵਾਰ ਹੋਏ ਨੇ ਤੇ ਸੱਚਖੰਡ ਗਮਨ ਕਰ ਗਏ ਹਨ। ਗਮਨ ਕੀਨ ਊਰਦ ਕੀ ਓਰਾ। ਗੁਰੂ ਨਾਨਕ ਸਾਹਿਬ ਦਾ ਵਿਮਾਨ ਬੜਾ ਹੀ ਸੁੰਦਰ ਹੈ, ਕਰੋੜਾਂ ਮਣੀਆਂ ਦਾ ਉਹਦੇ 'ਚ ਪ੍ਰਕਾਸ਼ ਹੈ। ਉਸ ਵਿਮਾਨ ਤੇ ਸਵਾਰ ਹੋ ਕੇ ਪਾਤਸ਼ਾਹ ਜੀ ਦਾ ਵਿਮਾਨ ਉਰਦ ਗਮਨ ਕੀਤਾ ਹੈ। ਜੈ ਜੈ ਸ਼ਬਦ ਸੁਰਨ ਮੈਂ ਸ਼ੋਰਾ। ਦੇਵਤਿਆਂ ਵਿੱਚ ਜੈ ਜੈਕਾਰ ਦਾ ਨਾਦ ਗੂੰਜ ਰਿਹਾ ਹੈ। ਦੇਵਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਰਤੀ ਉਤਾਰ ਰਹੇ ਹਨ। ਸੁਰ ਤਰ ਪੁਸ਼ਪਾਂਜਲ ਬਰਖਾਵੇਂ। ਸੁਰ ਤਰ ਕਹਿੰਦੇ ਨੇ ਦੇਵਤਰੂ ਜਿਹੜੇ ਕਲਪ ਬ੍ਰਿਛਾਦਕ ਹੁੰਦੇ ਆ ਸਵਰਗਪੁਰੀ 'ਚ, ਉਹਨਾਂ ਦੇ ਫੁੱਲਾਂ ਦੀਆਂ ਬੁੱਕਾਂ ਭਰ ਕੇ ਲਿਆਏ ਨੇ ਔਰ ਉਹ ਬੁੱਕਾਂ ਮਹਾਰਾਜ ਜੀ ਦੇ ਉੱਤੇ ਵਰਸਾਉਂਦੇ ਹਨ। ਚਾਰੂ ਚਮਰ ਚੋਂ ਦਿਸ਼ਨ ਫਿਰਾਵੇਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰੇ ਪਾਸੇ ਵਿਮਾਨ ਦੇ ਬੜਾ ਸੁੰਦਰ ਚਵਰ ਝੁੱਲ ਰਿਹਾ ਹੈ। ਬ੍ਰਹਮਾਦਿਕ ਚੰਦਨ ਚਰਚਾਈ। ਬ੍ਰਹਮਾ ਆਦਿਕ ਜਿਹੜੇ ਦੇਵਤੇ ਨੇ ਉਹ ਆਪਣੇ ਹੱਥੀਂ ਚੰਦਨ ਦਾ ਚਰਚਨ ਕਰ ਰਹੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸਵਰੂਪ ਤੇ। ਕਰੇ ਆਰਤੀ ਸੰਖ ਬਜਾਈ। ਔਰ ਨਾਲੇ ਸੰਖ ਵਜਾਉਂਦੇ, ਰਣ ਸਿੰਘੇ ਵਜਾਉਂਦੇ, ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਤੀ ਕਰਦੇ ਹਨ। ਅਪਸਰਾ ਕਰਈ ਨਿਰਤ ਅਗਾਰੀ। ਔਰ ਜਿਹੜੀਆਂ ਦਿਵਾਂਗਣਾ ਹਨ ਦੇਵਤਿਆਂ ਦੀਆਂ ਘਰ ਵਾਲੀਆਂ, ਉਹ ਵੀ ਆ ਕੇ ਪੂਜਾ ਕਰ ਰਹੀਆਂ ਹਨ। ਗੰਧਰਵ ਗਾਵੇਂ ਧੁਨ ਸੁਖਕਾਰੀ। ਸਵਰਗਪੁਰੀ ਦੇ ਵਿੱਚ ਜਿਹੜੇ ਗਵਈਏ ਨੇ ਉਹਨਾਂ ਨੂੰ ਗੰਧਰਵ ਕਹਿੰਦੇ ਹਨ। ਜਿਹੜੇ ਉੱਥੇ ਗਾਇਨ ਕਰਦੇ ਆ, ਜਿਨ੍ਹਾਂ ਦਾ ਗਾਣ ਦੀ ਕਿਰਤ ਹੈ, ਉਹਨਾਂ ਨੂੰ ਗੰਧਰਵ ਕਹਿੰਦੇ ਹਨ। ਹਾ ਹਾ ਹੂ ਗੰਧਰਵਿਆ ਪੱਛਰਾ। ਮਹਾਰਾਜ ਗੁਰਬਾਣੀ ਵਿੱਚ ਵੀ ਇਹਨਾਂ ਦਾ ਜ਼ਿਕਰ ਕਰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਉਹ ਗੰਧਰਵ ਆਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਨੇ, ਮਹਾਰਾਜ ਜੀ ਦੀ ਮਹਿਮਾ ਕਰਦੇ ਹਨ। ਚਲੇ ਆਕਾਸ਼ ਪੰਥ ਅਸ ਜਾਵੇਂ। ਆਕਾਸ਼ ਵੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਮਾਨ ਜਾ ਰਿਹਾ ਹੈ। ਅਤ ਉਤਸਵ ਕਰ ਆਨੰਦ ਬੜਾਵੇਂ। ਬੜਾ ਉਤਸਵ ਹੈ, ਦੇਵਤਿਆਂ ਵਿੱਚ ਬੜਾ ਹੀ ਆਨੰਦ ਹੈ, ਬੜਾ ਹੀ ਖੇੜਾ ਤੇ ਖੁਸ਼ੀ ਹੈ। ਦੋਹਰਾ ਹੋਤੀ ਸ਼ਕਤ ਜੈ ਲਗ ਜਿਸੇ ਸ਼੍ਰੀ ਨਾਨਕ ਪਹੁੰਚਾਏ। ਖਾਲਸਾ ਜੀ ਜਿੰਨੀ ਜਿੰਨੀ ਕਿਸੇ ਦੇਵਤੇ 'ਚ, ਕਿਉਂਕਿ ਹਰ ਇੱਕ ਦੀ ਸ਼ਕਤੀ ਸੀਮਾਬੱਧ ਹੈ, ਉਸ ਸੀਮਾ ਤੋਂ ਵੱਧ ਨਹੀਂ ਉਹ ਅੱਗੇ ਜਾ ਸਕਦੇ। ਗੁਰੂ ਨਾਨਕ ਸਾਹਿਬ ਸਭ ਤੋਂ ਉੱਪਰ ਨੇ, ਉੱਤਮ ਨੇ। ਇਸ ਕਰਕੇ ਜਿੰਨੇ ਦੇਵਤੇ ਨੇ ਜਿੱਥੇ ਜਿੱਥੇ ਤੱਕ ਜਾਣ ਦੀ ਉਹਨਾਂ ਦੀ ਸ਼ਕਤੀ ਆ, ਉੱਥੇ ਉੱਥੇ ਤੱਕ ਜਾਂਦੇ ਨੇ। ਉਥੋਂ ਫਿਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਵਾਪਸ ਪਰਤ ਰਹੇ ਹਨ। ਹਟੇ ਸੰਗ ਤੇ ਦੇਵ ਸਭ ਚਰਨਨ ਸੀਸ ਨਿਵਾਏ। ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਨਿਵਾ ਕੇ ਸਭ ਦੇਵਤੇ ਹਟ ਰਹੇ ਹਨ। ਸੱਚਖੰਡ ਸ੍ਰੀ ਗੁਰ ਗਏ ਕੀਨ ਤਹਾਂ ਬਿਸਰਾਮ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਨਿਰਾਕਾਰ ਸਵਰੂਪ ਵਿੱਚ ਜਾ ਕੇ ਸੱਚਖੰਡ ਵਿੱਚ ਅਭੇਦ ਹੋ ਗਏ ਨੇ। ਸੱਚਖੰਡ ਵਸੈ ਨਿਰੰਕਾਰ, ਉਸ ਨਿਰਾਕਾਰ ਸਵਰੂਪ ਵਿੱਚ ਜਾ ਕੇ ਸਤਿਗੁਰੂ ਜੀ ਸਮਾ ਗਏ ਹਨ। ਭੂਤਲ ਮੈਂ ਜੈਸੀ ਪਾਈ ਸੁਨੋ ਕਥਾ ਸੁਖ ਧਾਮ। ਇਹ ਤਾਂ ਸੀ ਖਾਲਸਾ ਜੀ ਦੇਵਪੁਰੀ ਦਾ ਕੋਲਾਹਲ। ਹੁਣ ਇੱਥੇ ਧਰਤੀ ਤੇ ਸੁਣੋ ਕੀ ਹੋ ਰਿਹਾ ਕਰਤਾਰਪੁਰ ਸਾਹਿਬ, ਉੱਥੋਂ ਦਾ ਵੀ ਵਰਤਾਰਾ ਸੁਣੋ। ਚੋਪਈ ਕਰੇ ਜੋਰ ਅਸਖਾਨ ਅਲਾਵੇਂ। ਜਿਹੜੇ ਉਹ ਪਠਾਨ ਆਏ ਨੇ ਉਹ ਪੂਰਾ ਜ਼ੋਰ ਲਾ ਰਹੇ। ਉਹ ਕਹਿੰਦੇ ਅਸੀਂ ਤਾਂ ਅੰਦਰ ਜਾਣਾ ਹੀ ਜਾਣਾ, ਕਨਾਤ ਦੇ ਤੁਸੀਂ ਕਿਉਂ ਰੋਕਦੇ ਹੋ ਸਾਨੂੰ? ਸਾਡੇ ਨਾਲ ਪੱਖਵਾਦ ਕਰਦੇ ਹੋ, ਅਸੀਂ ਵੀ ਤਾਂ ਉਹਨਾਂ ਦੇ ਮੁਰੀਦ ਆ। ਉਹ ਲੜ ਰਹੇ ਹਨ। ਹੈ ਹਮ ਪੀਰ ਸੋ ਮਜਲ ਪੁਚਾਵੇਂ। ਉਹ ਕਹਿੰਦੇ ਸਾਡੇ ਪੀਰ ਨੇ, ਅਸੀਂ ਉਹਨਾਂ ਦੇ ਸਰੀਰ ਦੀ ਕਬਰ ਬਣਾਉਣੀ ਜਿਵੇਂ ਸਾਡੇ 'ਚ ਮਰਿਆਦਾ ਦਫਨ ਕਰਦੇ। ਮੁਸਲਮਾਨ ਦਫਨ ਕਰਦੇ ਆ, ਕਹਿੰਦੇ ਅਸੀਂ ਸਪੁਰਦੇ ਖਾਕ ਕਰਾਂਗੇ, ਸਾਡੀ ਤਾਂ ਇਹ ਮਰਿਆਦਾ ਹੈ, ਅਸੀਂ ਆਪਣੇ ਪੀਰ ਜੀ ਦਾ ਸਰੀਰ ਲੈ ਕੇ ਜਾਵਾਂਗੇ। ਦੀਤ ਮੁਰਾਦ ਮੁਰੀਦਨ ਕੇਰੀ। ਉਹ ਸਾਡੇ ਪੀਰ ਨੇ, ਅਸੀਂ ਉਹਨਾਂ ਦੇ ਮੁਰੀਦ ਆ ਤੇ ਉਹ ਆਪਣੇ ਮੁਰੀਦਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ। ਪਰ ਜੇ ਰਹੇ ਨਾ ਜਾਵੇਂ ਨੇਰੀ। ਅਸੀਂ ਨਹੀਂ ਤੁਹਾਡੇ ਰੋਕਿਆਂ ਰੋਕਣਾ, ਅਸੀਂ ਤਾਂ ਉਹਨਾਂ ਦੇ ਸਰੀਰ ਦੇ ਕੋਲ ਜਾਵਾਂਗੇ। ਇਮ ਹੱਠ ਕਰਕੇ ਪੇਤੈ ਠਾਂਡੇ। ਉਹ ਪਠਾਨ ਉੱਥੇ ਹੱਠ ਕਰਕੇ ਖਲੋ ਗਏ, ਜਿੱਦ ਕਰਕੇ ਖਲੋ ਗਏ। ਡਰੇ ਨਾ ਰਾਰ ਕਰਨ ਤੇ ਗਾਟੇ। ਉਹ ਸ਼ਸਤਰਧਾਰੀ ਸੀ, ਡਰਦੇ ਨਹੀਂ ਕਿਸੇ ਕੋਲੋਂ। ਕਹਿੰਦੇ ਅਸੀਂ ਤਾਂ ਲੜ ਕੇ ਵੀ ਭਾਵੇਂ ਜਾਣਾ ਪਵੇ,
ਜੇ ਤੁਹਾਡੇ ਚੋਂ ਕਿਸੇ ਨੂੰ ਕੱਟਣਾ ਵੱਢਣਾ ਵੀ ਪਿਆ ਤੇ ਅਸੀਂ ਕਰਾਂਗੇ। ਸਨਦ ਬੱਧ ਹਿੰਦੂ ਹੋਏ ਆਏ। ਉਧਰੋਂ ਕੁਝ ਹਿੰਦੂ ਵੀ ਆ ਗਏ ਅੱਗੇ ਸ਼ਸਤਰਧਾਰੀ ਹੋ ਕੇ, ਕਹਿੰਦੇ ਜੇ ਤੁਸੀਂ ਲੜੋਗੇ ਤੇ ਅਸੀਂ ਵੀ ਲੜਾਂਗੇ ਅੱਗੋਂ। ਗੁਰੂ ਸਾਹਿਬ ਸਾਡੇ ਨੇ, ਉਹ ਕਹਿਣ ਲੱਗੇ ਸਾਡੇ ਪੀਰ ਨੇ। ਏਦਾਂ ਲੜਾਈ ਹੋਣ ਲੱਗੀ। ਬਲ ਕਰ ਤਿਨ ਕੋ ਚੈਤ ਹਟਾਏ। ਉਹ ਵੀ ਅੱਗੋਂ ਬਲ ਨਾਲ ਹਟਾਣਾ ਚਾਹੁੰਦੇ, ਸ਼ਸਤਰਧਾਰੀ ਹੋ ਕੇ ਆ ਗਏ ਜਿੰਨੇ ਹਿੰਦੂ ਸਨ। ਸਿਆਣੇ ਸਿੱਖ ਹੁਤੇ ਤੈ ਜੇ। ਜਿਹੜੇ ਗੁਰੂ ਸਾਹਿਬ ਜੀ ਦੇ ਸਿਆਣੇ ਸਿੱਖ ਸਨ, ਭਾਈ ਸਧਾਰਨ ਜੀ, ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਸ਼, ਕਰਿਓ ਵਿਚਾਰ ਮਿਲਤ ਭੇਤੇ। ਉਹਨਾਂ ਨੇ ਵਿੱਚ ਪੈ ਕੇ ਲੜਾਈ ਰੋਕੀ ਔਰ ਵਿਚਾਰ ਕੀਤੀ। ਤੁਰਕਨ ਕੋ ਅਬ ਹੈ ਬਲ ਭਾਰੇ। ਉਹਨਾਂ ਵੇਖਿਆ ਵੀ ਇਸ ਵੇਲੇ ਪਠਾਨ ਭਾਰੀ ਬਲ ਵਾਲੇ ਨੇ, ਉਹਨਾਂ ਦੇ ਕੋਲ ਗਿਣਤੀ ਵੀ ਉਹਨਾਂ ਦੀ ਵੱਧ ਹੈ, ਸ਼ਸਤਰਧਾਰੀ ਵੀ ਹਨ। ਮੋਹਰ ਰੀਤ ਸੋ ਬਚਨ ਉਚਾਰੇ। ਫਿਰ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਮੁਖਾਂ ਨੇ ਫੈਸਲਾ ਕੀਤਾ। ਹੁਣ ਉਹਨਾਂ ਦਾ ਸਤਿਕਾਰ ਮੁਸਲਮਾਨ ਵੀ ਕਰਦੇ ਨੇ, ਹਿੰਦੂ ਵੀ ਕਰਦੇ ਨੇ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿਹੜੇ ਭਾਈ ਸਧਾਰਨ ਜੀ ਵਰਗੇ ਮਹਾਂਪੁਰਖ ਨੇ, ਉਹਨਾਂ ਨੇ ਫੈਸਲਾ ਕੀਤਾ ਤਾਂਤੇ ਔਰ ਨ ਕਰੀਏ ਕਾਜਾ। ਕਹਿਣ ਲੱਗੇ ਭਾਈ ਆਪਾਂ ਕੋਈ ਹੋਰ ਇੱਥੇ ਬਤੰਡਾ ਨਹੀਂ ਕਰਨਾ। ਸ਼੍ਰੀ ਸਤਿਗੁਰ ਕੋ ਲਿਓ ਆਵਾਜ਼ਾਂ। ਏਦਾਂ ਕਰੀਏ ਵੀ ਆਪਾਂ ਗੁਰੂ ਨਾਨਕ ਸਾਹਿਬ ਦੀ ਆਗਿਆ ਲੈ ਲਈਏ ਵੀ ਉਹ ਕੀ ਕਹਿੰਦੇ ਨੇ। ਸਤਿਗੁਰੂ ਜੀ ਭਾਵੇਂ ਸਰੀਰ ਕਰਕੇ ਸਰੀਰ ਛੱਡ ਗਏ ਨੇ, ਪਰ ਉਹ ਤਾਂ ਹਾਜ਼ਰ ਹੀ ਨੇ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਦੀ ਬੇਨਤੀ ਮੰਨ ਕੇ ਫਿਰ ਹਾਜ਼ਰ ਹੋ ਗਏ ਸਨ। ਇਸ ਕਰਕੇ ਆਪਾਂ ਗੁਰੂ ਸਾਹਿਬ ਦਾ ਹੁਕਮ ਲੈ ਲੈਨੇ ਕਿ ਸਤਿਗੁਰਾਂ ਦਾ ਕੀ ਫੈਸਲਾ ਹੈ। ਤਿਨ ਮਰਜੀ ਕੇ ਹੋਏ ਅਨੁਸਾਰੀ। ਜੋ ਸਤਿਗੁਰਾਂ ਦੀ ਮਰਜ਼ੀ ਹੋਵੇਗੀ ਅਸੀਂ ਉਹਨਾਂ ਦੇ ਅਨੁਸਾਰ ਹੀ ਚੱਲਾਂਗੇ। ਕਰੀਏ ਕ੍ਰਿਤ ਮਿਟਾਵੋ ਰਾਰੀ। ਇਸ ਕਰਕੇ ਆਪਾਂ ਉਹੀ ਕੰਮ ਕਰੀਏ ਜੋ ਗੁਰੂ ਸਾਹਿਬ ਕਹਿਣ। ਆਹ ਝਗੜਾ ਜਿਹੜਾ ਤੁਸੀਂ ਕਰ ਰਹੇ ਹੋ ਵਤੰਡੇਵਾਦ ਦਾ, ਇਹ ਛੱਡ ਦਿਓ। ਖਾਨਨ ਸੰਗ ਪਨੀ ਅਸਬਾਨੀ। ਜਦੋਂ ਉਹਨਾਂ ਪਠਾਣਾ ਤੇ ਹਿੰਦੂਆਂ ਨੂੰ ਇਹ ਗੱਲ ਕਹੀ, ਭਲੀ ਪਾਤਨੀ ਕੇ ਤਿਨ ਮਾਨੀ। ਉਹਨਾਂ ਨੇ ਵੀ ਮੰਨ ਲਈ। ਕਹਿੰਦੇ ਜੀ ਠੀਕ ਹੈ, ਜਿਵੇਂ ਬਾਬਾ ਬੁੱਢਾ ਸਾਹਿਬ ਕਹਿੰਦੇ ਆ ਭਾਈ ਸਧਾਰਨ ਜੀ, ਇਹ ਵੀ ਠੀਕ ਹੈ। ਸਵੈ ਸਿੱਖ ਹੁਤੇ ਸਮੀਪੀ ਜੇ। ਮਹਾਰਾਜ ਜੀ ਦੇ ਜਿਹੜੇ ਦੋ ਸਮੀਪ ਨਿਕਟਵਰਤੀ ਸਿੱਖ ਸਨ, ਭਾਈ ਸਧਾਰਨ ਜੀ, ਅੰਤਰ ਗਏ ਕਨਾਤ ਕਿਤੇ। ਉਹ ਅੰਦਰ ਗਏ ਕਨਾਤ ਦੇ। ਫੈਸਲਾ ਆਇਆ ਵੀ ਮਹਾਰਾਜ ਜੀ ਦੇ ਜਿਹੜੇ ਸੇਵਕ ਨੇ ਉਹ ਅੰਦਰ ਜਾਣ। ਭਾਈ ਸਧਾਰਨ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਉਹ ਅੰਦਰ ਗਏ ਕਨਾਤ ਦੇ। ਬਸਤਰ ਸੰਯੁਕਤ ਸੇਜ ਤੈਂ ਦੇਖੀ। ਅੱਗੇ ਜਦੋਂ ਵੇਖਿਆ ਕਿ ਬਸਤਰ ਦੇ ਸਹਿਤ ਸੇਜ ਹੈ, ਮਹਾਰਾਜ ਜੀ ਦਾ ਚਾਦਰਾ ਪਿਆ ਸਤਿਗੁਰਾਂ ਦਾ, ਤੇ ਥੱਲੇ ਮਹਾਰਾਜ ਜੀ ਦਾ ਵਿਛੋਣਾ ਵੀ ਵਿਛਿਆ ਹੋਇਆ ਹੈ। ਦੇਹ ਨਾ ਪਏ ਅਚਰਜ ਬਿਸ਼ੇਖੀ। ਪਰ ਸਤਿਗੁਰਾਂ ਦਾ ਸਰੀਰ ਉੱਥੇ ਨਹੀਂ। ਉਹ ਵੇਖ ਕੇ ਹਾਕੇ ਬੱਕੇ ਰਹਿ ਗਏ, ਅਚਰਜ ਹੋ ਗਏ, हैरान हो गए कि महाराज जी का शरीर अंतर ध्यान हो गया है। अंबर को उगार पल जोवा। खालसा जी जदों चादरा चुक के वेखदे आ वो ध्यान नाल गौ नाल निकसे कहत अचंबा होवा। एकदम हैरानी नाल वो दोवें सिख बाबा बुढ़ा साहब भाई सधारण जी बाहर आए। बाहर आके बाकी संगत नूं दसन लगे, क्यों तुम कीनो इतना झगड़ा। भाई क्यों इन्ना झगड़ा कर रहे हो, तुसी तां बतंडा बाहर कर रहे हो। सतगुर आप निबेरे हो सगरा। सतगुरु जी ने तुहाडा झगड़ा आप ही निबेड़ दिता। तुसी झगड़ रहे हो ना बाहर। एक कहंदे असीं जाके सपुरदे खाक करना, एक कहंदे असीं संस्कार करना। सतगुरां ने तुहाडा झगड़ा ही निबेड़ दिता है। अंतर ध्यान पी रही न देही। पातशाह दा शरीर अंतर ध्यान हो गया। कलगीधर स्वामी श्री गुरु गोबिंद सिंह साहब जी दी भी खेड इसे तरह वरती सी सचखंड हजूर साहब। महाराज गरीब नवाज पातशाह दे पावन अंगीठे दी जदों सेवा संभाल हुई, केवल एक छोटी श्री साहब महाराज जी दे दस्तारे वाली निकली। पातशाह गुरु कलगीधर पातशाह जी सने दे घोड़े समेत बाग समेत सचखंड गए। ऐसा इतिहास विच जिक्र आउंदा। सत श्री अकाल। जगत गुरु गुरु नानक साहब सत श्री अकाल। सतगुरां ने लीला वरताई है। कहन लगे महाराज जी ने तुहाडा झगड़ा ही निबेड़ दिता। साहब जी दा पावन शरीर अंदर नहीं है। उषा सेज पर वस्त्र परे ही। महाराज जी दा सेजा दे उत्ते चादरा पिया, जेड़ा सतगुरां ने उत्ते लिया सी, वो चादरा कल्ला पिया है। दोहरा
ਕਰ ਨਾ ਕਰੀਏ ਪਰਸ ਪਰ ਦੇਹੋ ਕਨਾਤ ਖੁਲਵਾਏ। ਕਹਿਣ ਲੱਗੇ ਵੀ ਹੁਣ ਏਦਾਂ ਕਰੋ, ਕਨਾਤ ਖੋਲ ਦਿਓ। ਹੁਣ ਤਾਂ ਸਾਰੇ ਦਰਸ਼ਨ ਕਰ ਲੈਣ। ਕਹਿੰਦੇ ਉਸ ਵਕਤ ਹੁਕਮ ਕਰਕੇ ਜਿਹੜੀ ਕਨਾਤ ਸੀ ਉਹ ਕਨਾਤ ਖੋਲ ਦਿੱਤੀ। ਦੇਖੈ ਨਰ ਨਾਰੀ ਸਰਬ ਕੌਤਕ ਮਤ ਬਿਸਮਾਏ। ਇਤਨੇ ਨਰ ਨਾਰੀਆਂ ਨੇ ਸਭ ਵੇਖ ਕੇ ਹੈਰਾਨ ਹੋ ਗਏ ਕਿ ਕੈਸਾ ਮਹਾਰਾਜ ਜੀ ਦਾ ਅਚਰਜ ਚੋਜ ਹੈ। ਸਵਈਆ ਲੀਨ ਉਤਾਰ ਕਨਾਤ ਸ਼ਿਤਾਬ ਗਏ ਟਿਗ ਹੋਏ ਦਰਸੇ ਨਰ ਨਾਰੀ। ਜਦੋਂ ਕਨਾਤ ਲਾ ਦਿੱਤੀ ਤੇ ਭੱਜ ਭੱਜ ਕੇ ਲੋਕ ਜਾ ਕੇ ਵੇਖਣ ਲੱਗੇ। ਜਦੋਂ ਗਏ ਤੇ ਕੇਵਲ ਮਹਾਰਾਜ ਜੀ ਦਾ ਚਾਦਰਾ ਹੀ ਨਜ਼ਰ ਆਉਂਦਾ ਹੈ। ਐਸੇ ਜਾ ਪਰ ਚੀਰ ਪਰਿਓ ਪਿਕ ਜੈ ਗੁਰ ਊਚੇ ਉਚਾਰੀ। ਚਾਦਰਾ ਵੇਖ ਕੇ ਸਭ ਅਚਰਜ ਹੋ ਕੇ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੀ ਜੈ ਹੋਵੇ। ਹੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਆਪ ਜੀ ਦੀ ਜੈ ਜੈਕਾਰ ਹੋਵੇ। ਸ਼੍ਰੀ ਸੁਖ ਕੰਦ ਗੋਬਿੰਦ ਮੁਕੰਦ ਸੋ ਨਾਮ ਕੋਲੇ ਕਰ ਬੰਧਨ ਕਾਰੀ। ਹੇ ਗੋਬਿੰਦ ਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਨੂੰ ਵੰਦਨਾ ਹੈ, ਆਪ ਜੀ ਨੂੰ ਨਮਸਕਾਰ ਹੈ। ਹੋਏ ਅਚੰਬ ਰਹੇ ਹਿਰਦੇ ਤੈਠਾ ਨਰ ਜੇ ਸਭ ਕੀ ਮਤ ਹਾਰੀ। ਸਭ ਦੀ ਮਤ ਹਾਰ ਗਈ, ਅਚੰਬਤ ਹੋ ਗਏ, ਹੈਰਾਨ ਹੋ ਗਏ ਉੱਥੇ ਜਾ ਕੇ ਵੇਖ ਕੇ। ਛਪਿਆ ਛੰਦ ਤੁਰਕਨ ਅੰਬਰ ਅਰਧ ਅਰਧ ਹਿੰਦੂਆਂ ਤਬ ਲੀਆ। ਕਹਿੰਦੇ ਕੀ ਕੀਤਾ ਇਹਨਾਂ ਨੇ, ਜਿਹੜਾ ਮਹਾਰਾਜ ਜੀ ਦਾ ਚਾਦਰਾ ਸੀ ਨਾ ਸਤਿਗੁਰਾਂ ਦਾ, ਉਹ ਅੱਧਾ ਚਾਦਰਾ ਹਿੰਦੂਆਂ ਨੇ ਪਾੜ ਲਿਆ ਤੇ ਅੱਧਾ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਪਾੜ ਕੇ ਲੈ ਲਿਆ। ਸਗਰ ਚਗਰ ਗਿਆ ਨਿਬਰ ਹਰਕ ਉਰਦੋਂ ਦਿਸ਼ ਥੀਆ। ਉਹਨਾਂ ਦਾ ਸਾਰਿਆਂ ਦਾ ਝਗੜਾ ਨਿਬੜ ਗਿਆ, ਦੋਵੇਂ ਪਾਸੇ ਖੁਸ਼ ਹੋ ਗਏ ਚਾਦਰਾ ਲੈ ਕੇ। ਅੱਧਾ ਚਾਦਰਾ ਹਿੰਦੂ ਲੈ ਗਏ, ਸਿੱਖ ਲੈ ਗਏ ਤੇ ਅੱਧਾ ਜਿਹੜਾ ਸੀ ਉਹ ਮੁਸਲਮਾਨ ਲੈ ਗਏ। ਸਿੱਖਨ ਲੈ ਕਰ ਚੀਰ ਚਿਤਾ ਚੰਦਨ ਕੀ ਰਚ ਕਰ। ਚੰਦਨ ਦੀ ਚਿਖਾ ਬਣਾਈ ਸੀ ਨਾ, ਉਸ ਚੰਦਨ ਦੀ ਚਿਖਾ ਤੇ ਸਿੱਖਾਂ ਤੇ ਹਿੰਦੂਆਂ ਨੇ ਜਿੰਨੇ ਸੰਨਿਆਸੀ ਬੈਰਾਗੀ ਆਏ ਸਨ ਉਹਨਾਂ ਨੇ ਉਹ ਚਾਦਰਾ ਉਸ ਚੰਦਨ ਦੀ ਚਿਖਾ ਤੇ ਰੱਖ ਕੇ ਉਹਦਾ ਸੰਸਕਾਰ ਕਰ ਦਿੱਤਾ। ਨਿਜ ਮੁਖ ਜੈ ਗੁਰ ਕਹਿਓ ਤਾਂ ਦੀਏ ਦਾਹ ਭਲੇ ਤਰ। ਗੁਰੂ ਪਾਤਸ਼ਾਹ ਨੇ ਆਪ ਬਕਾਇਦਾ ਉਹ 8 ਵਿਗਿਆਂ ਦਾ ਇੱਕ ਖੇਤ ਸੀ ਕਰਤਾਰਪੁਰ ਸਾਹਿਬ, ਉਹ ਜਗ੍ਹਾ ਮਹਾਰਾਜ ਜੀ ਨੇ ਮੁਕਰਰ ਕੀਤੀ ਸੀ ਅੰਗੀਠਾ ਬਣਾਉਣ ਵਾਸਤੇ। ਉਸੇ ਜਗ੍ਹਾ ਤੇ ਸਿੱਖਾਂ ਨੇ ਅੰਗੀਠਾ ਬਣਾਇਆ ਹੈ। ਪੁਨ ਹੁਤੇ ਮੁਰੀਦ ਸੋ ਅਰਧ ਲੈ ਨੀਕੇ ਤੈਂ ਦਫਨਾਏ ਦੀਏ। ਔਰ ਅੱਧਾ ਚਾਦਰਾ ਮੁਸਲਮਾਨ ਜਿਹੜੇ ਮੁਰੀਦ ਸਨ ਸਤਿਗੁਰਾਂ ਦੇ ਉਹਨਾਂ ਨੇ ਜਾ ਕੇ ਦਫਨ ਕੀਤਾ ਜਿਵੇਂ ਉਹਨਾਂ ਦੀ ਰਵਾਇਤ ਹੈ। ਕਿਉਂ ਬਾਦ ਬਿਖਾਦ ਮਿਟਾਏ ਸਭ ਦੋਹੋਂ ਦਿਸ਼ਨ ਐਲਾਦ ਕੀਏ। ਇਹਨਾਂ ਵਾਦ ਵਿਵਾਦ ਇਹਨਾਂ ਦਾ ਖਤਮ ਹੋਇਆ, ਪਰ ਸਿਧਾਂਤ ਇਹ ਹੈ ਬਾਬਾ ਮੜੀ ਨਾ ਗੋਰ ਗੁਰ ਅੰਗਦ ਕੇ ਹੀਏ ਬਸੈ। ਸਤਿਗੁਰੂ ਜੀ ਨਾ ਉਸ ਮੜੀ ਵਿੱਚ ਨੇ ਤੇ ਨਾ ਕਬਰ ਵਿੱਚ ਨੇ। ਸਤਿਗੁਰੂ ਜੀ ਤਾਂ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ ਪ੍ਰਕਾਸ਼ਮਾਨ ਹੋ ਰਹੇ ਨੇ। ਜੋ ਤੋਹਾ ਸਤਿ ਸ੍ਰੀ ਅਕਾਲ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਹਾਂਜੀ ਸੋਰਠਾ ਸੰਮਤ 70 ਪਛਾਨ ਪੰਜ ਮਾਸ ਬੀਤੇ ਬਹੁਰ। ਕੁੱਲ ਆਯੂ ਸਤਿਗੁਰਾਂ ਦੀ ਦੱਸ ਰਹੇ ਨੇ 70 ਸਾਲ ਤੇ 5 ਮਹੀਨੇ। ਸਪਤ ਦਿਨਨ ਪਰਵਾਨ ਪਤਸ਼ਾਹੀ ਸ਼੍ਰੀ ਪ੍ਰਭ ਕਰੀ। 70 ਸਾਲ 5 ਮਹੀਨੇ 7 ਦਿਨ ਦੀ ਆਯੂ ਮਹਾਰਾਜ ਜੀ ਨੇ ਪਾਤਸ਼ਾਹੀ ਕੀਤੀ। ਦੋਹਰਾ ਸੰਮਤ 15 ਸੈ ਲਖੋ ਅਧਿਕ 96 ਜਾਨ। ਸੰਮਤ ਬਿਕਰਮੀ 1596 ਦਾ ਸਾਲ ਹੈ। ਅਸੂਵਦੀ ਦਸਵੀਂ ਵਿਖੇ ਸੱਚ ਖੰਡ ਪ੍ਰਸਥਾਨ। ਅਸੂਵਦੀ ਦਸਵੀਂ ਵਾਲੇ ਦਿਨ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੱਚਖੰਡ ਗਮਨ ਕੀਤਾ, ਜੋਤੀ ਜੋਤ ਸਮਾਏ ਹਨ। ਜੋ ਪਈ ਸ਼੍ਰੀ ਗੁਰ ਕਥਾ ਕਈ ਕਛ ਥੋਰੀ। ਹੁਣ ਮਾਂ ਕਵੀ ਜੀ ਬੇਨਤੀਆਂ ਕਰਨ ਲੱਗੇ, ਇੱਥੇ ਤੱਕ ਗੁਰੂ ਸਾਹਿਬ ਦੀ ਕਥਾ ਕਹਿ ਕੇ ਹੁਣ ਬੇਨਤੀ ਕਰਦੇ ਨੇ, ਹੇ ਸਾਧ ਸੰਗਤ ਜੀਓ ਸਤਿਗੁਰਾਂ ਜੀ ਦੀ ਕਥਾ ਮੈਂ ਥੋੜੀ ਮਾਤਰ ਹੀ ਕਹਿ ਸਕਿਆ।
ਸ੍ਰੀ ਗੁਰ ਕਥਾ ਕਹੀ ਕਛ ਥੋਰੀ, ਮਹਾਰਾਜ ਜੀ ਦੀ ਸੂਖਮਾਤਰੀ ਕਥਾ ਕਹਿ ਸਕਿਆ ਹਾਂ। ਸਰਬ ਕਹਿਨ ਕੀ ਸ਼ਕਤ ਨ ਮੋਰੀ। ਮਾਂ ਕਵੀ ਜੀ ਕਹਿੰਦੇ ਸਾਰੀ ਕਥਾ ਕਹਿਣ ਦੀ ਮੇਰੇ 'ਚ ਸ਼ਕਤੀ ਨਹੀਂ ਹੈ ਕਿ ਮੈਂ ਸਤਿਗੁਰਾਂ ਦੀ ਸੰਪੂਰਨ ਕਥਾ ਸਾਰੀ ਕਥਾ ਕਹਿ ਸਕਾਂ। ਅਈ ਜਥਾ ਮਤ ਤਥਾ ਸੁਬਰਨੀ। ਜਿੰਨੀ ਕੁ ਮੈਨੂੰ ਸਤਿਗੁਰਾਂ ਨੇ ਮਤ ਦਿੱਤੀ ਹੈ ਓਨੀ ਕੁ ਕਥਾ ਸਤਿਗੁਰਾਂ ਦੀ ਵਰਣਨ ਕਹੀ ਹੈ। ਸ਼੍ਰੋਤਨ ਕੇ ਵਿਕਾਰ ਕੋ ਹਰਨੀ। ਇਹ ਕਥਾ ਨਿਰੰਕਾਰ ਦੀ ਕਥਾ, ਅਕਾਲ ਪੁਰਖ ਦੀ ਕਥਾ ਹੈ, ਭਾਈ ਗੁਰੂ ਨਾਨਕ ਸਾਹਿਬ ਦੀ ਕਥਾ। ਜਿਹੜੇ ਜਿਹੜੇ ਮਾਈ ਭਾਈ ਇਸ ਕਥਾ ਨੂੰ ਸੁਣਦੇ ਐ ਸਰੋਤਿਆਂ ਦੇ ਹਿਰਦਿਆਂ ਦੇ ਪਾਪ ਕਰਮਾਂ ਦੀ ਮੈਲ ਨੂੰ ਧੋਂਦੀ ਹੈ, ਇਹ ਅੰਤਸ਼ਕਰਨ ਨੂੰ ਸ਼ੁੱਧ ਕਰਦੀ ਹੈ। ਜੋ ਪਾਈ ਜੋਗ ਵਿਰਾਗ ਭਗਤ ਪੁੰਨ ਗਿਆਨਾ। ਯੋਗ ਵੈਰਾਗ ਭਗਤੀ ਗਿਆਨ ਇਹ ਚਾਰੋਂ ਵਰਨੇ ਵਿਦ ਨਾਨਾ। ਇਹ ਚਾਰੇ ਗੁਰੂ ਸਾਹਿਬ ਦੀ ਕਥਾ ਵਿੱਚ ਨੇ। ਯੋਗ ਵੀ ਹੈ, ਭਗਤੀ ਵੀ ਹੈ, ਵੈਰਾਗ ਵੀ ਹੈ, ਗਿਆਨ ਵੀ ਹੈ। ਇਹ ਚਾਰੇ ਗੁਰੂ ਸਾਹਿਬ ਦੀ ਕਥਾ 'ਚ ਵਰਣਨ ਕੀਤੇ ਹਨ। ਦੇਵ ਸੰਪਦਾ ਗੁਣ ਜੇ ਬ੍ਰਿੰਦਾ। ਦੇਵੀ ਸੰਪਦਾ ਦੇ ਗੁਣ ਨੇ ਜਿੰਨੇ ਸਤ ਸੰਤੋਖ ਦਇਆ ਖਿਮਾ ਤਤਿਕਸ਼ਾ ਉਪਰਾਮਤਾ ਸਾਮ ਦਮ, ਇਹ ਜਿਤਨੇ ਵੀ ਸ਼ੁਭ ਗੁਣ ਨੇ ਸਾਰੇ ਗੁਰੂ ਸਾਹਿਬ ਜੀ ਦੀ ਕਥਾ ਵਿੱਚ ਵਰਣਨ ਹੋਏ ਹਨ। ਜਾਂ ਮੈਂ ਪਨੀ ਹਨੇ ਦੁਖ ਦੁੰਦਾ। ਔਰ ਇਹ ਐਸੇ ਗੁਣ ਨੇ ਜਿਨ੍ਹਾਂ ਨੂੰ ਧਾਰਨ ਕੀਤਿਆਂ ਦਵੰਦ ਨਾਸ਼ ਹੋ ਜਾਂਦਾ, ਦਵੈਸ਼ ਦੀ ਨਿਵਰਤੀ ਹੋ ਜਾਂਦੀ ਹੈ। ਪੜੇ ਸੁਨੇ ਗੁਣ ਹਿਰਦੇ ਧਾਰੇ। ਜਿਹੜੇ ਮਾਈ ਭਾਈ ਇਸ ਕਥਾ ਨੂੰ ਪੜ੍ਹਦੇ ਨੇ ਸੁਣਦੇ ਨੇ ਉਹ ਇਹਨਾਂ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ ਚ ਵਸਾਉਂਦੇ ਐ, ਉਹਨਾਂ ਦੇ ਹਿਰਦਿਆਂ ਵਿੱਚ ਸ਼ੁਭ ਗੁਣ ਵਸਦੇ ਹਨ। ਪੁਨ ਪੁਨ ਕਰ ਅਭਿਆਸ ਵਿਚਾਰੇ। ਔਰ ਪੁਨः ਪੁਨः ਬਾਰ-ਬਾਰ ਗੁਰਮੁਖ ਇਸ ਨੂੰ ਅਭਿਆਸਦੇ ਹਨ, ਯਾਨੀ ਕਿ ਇਸ ਕਥਾ ਨੂੰ ਬਾਰ-ਬਾਰ ਪੜ੍ਹਦੇ ਨੇ, ਬਾਰ-ਬਾਰ ਸੁਣਦੇ ਹਨ। ਲਖੇ ਅਸਤ ਸਤ ਸੋ ਨਿਰਨੋ। ਔਰ ਸਤ ਤੇ ਅਸਤ ਦਾ ਨਿਰਣਾ ਕਰਦੇ ਨੇ ਵੀ ਸੱਚ ਕੀ ਹੈ ਤੇ ਝੂਠ ਕੀ ਹੈ, ਇਹਦਾ ਨਿਰਣਾ ਹੁੰਦਾ ਹੈ। ਹਰਕ ਨ ਸ਼ੋਕ ਨਾ ਜਨਮ ਨ ਮਰਨੋ। ਇਹ ਭਾਈ ਜਿਹੜੇ ਇਸ ਕਥਾ ਨੂੰ ਸੁਣਦੇ ਹਰਕ ਸ਼ੋਕ ਤੋਂ ਰਹਿਤ ਹੋ ਜਾਂਦੇ ਐ, ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਭਟਕਣਾ ਪੈਂਦਾ। ਸਤਿਗੁਰ ਸਿਫਤ ਮਹਾਤਮ ਜੋਈ। ਇਹ ਸਤਿਗੁਰਾਂ ਦੀ ਸਿਫਤ ਦਾ ਵੱਡਾ ਭਾਰੀ ਮਹਾਤਮ ਹੈ। ਜਗ ਮੈਂ ਪ੍ਰਗਟ ਦੁਰਿਓ ਨੈ ਸੋਈ। ਇਹ ਸਾਰੇ ਜਗਤ ਵਿੱਚ ਪ੍ਰਗਟ ਹੈ, ਛੁਪਿਆ ਨਹੀਂ ਹੋਇਆ, ਲੁਕਿਆ ਨਹੀਂ ਹੋਇਆ। ਸੁਮਤਵਾਨ ਜਾਣੇ ਬਿਦਨੀ ਕੇ। ਸਮਤਵਾਨ ਗੁਰਸਿੱਖ ਨੇ ਉਹ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਗੁਰੂ ਸਾਹਿਬ ਦੀ ਕਥਾ ਦੇ ਮਹਾਤਮ ਨੂੰ। ਰਾਖਤ ਹੈ ਪਰੋਏ ਵਿੱਚ ਹੀ ਕੇ। ਔਰ ਮਹਾਰਾਜ ਜੀ ਦੀ ਇਸ ਕਥਾ ਨੂੰ ਗੁਰਸਿੱਖ ਆਪਣੇ ਹਿਰਦੇ 'ਚ ਪਰੋ ਕੇ ਰੱਖਦੇ। ਅੱਜ ਜਿੰਨੇ ਪ੍ਰੇਮ ਨਾਲ ਆਪ ਜੀ ਜੁੜਦੇ ਹੋ ਕਥਾ ਵਿੱਚ, ਖਾਲਸਾ ਜੀ ਇਹ ਗੁਰੂ ਸਾਹਿਬ ਜੀ ਦੀ ਕਥਾ ਦਾ ਪ੍ਰੇਮ ਹੀ ਹੈ ਨਾ ਆਪ ਜੀ ਦੇ ਹਿਰਦਿਆਂ ਵਿੱਚ, ਕਿ ਭਾਵਨਾ ਸਹਿਤ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਨਿਤਾ ਪ੍ਰਤੀ ਜੁੜਦੇ ਹੋ। ਚਾਹੇ ਉਹ ਟੀਵੀ ਦੇ ਮਾਧਿਅਮ ਰਾਹੀਂ ਬਹੁਤ ਸਾਰੇ ਗੁਰਮੁਖ ਪਿਆਰੇ ਜੁੜਦੇ ਨੇ। ਅੱਜ ਸਮਾਪਤੀ ਵਾਲੇ ਦਿਨ ਦੂਰੋਂ ਦੁਰੇਡਿਓਂ ਸਭ ਮਾਈ ਭਾਈ ਹਾਜ਼ਰ ਹੋਏ। ਗੁਰੂ ਕੇ ਸਿੱਖ ਗੁਰੂ ਸਾਹਿਬ ਜੀ ਦੀ ਕਥਾ ਨੂੰ ਆਪਣੇ ਹਿਰਦੇ 'ਚ ਪਰੋ ਕੇ ਰੱਖਦੇ ਐ, ਮਹਾਰਾਜ ਜੀ ਦੀ ਕਥਾ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਹਨ। ਵਿਚਰਿਓ ਚੈਤ ਨਹੀਂ ਕਹਿ ਕਾਲਾ। ਉਹ ਵਿਛੜਨਾ ਨਹੀਂ ਚਾਹੁੰਦੇ ਕਦੇ ਗੁਰੂ ਸਾਹਿਬ ਦੀ ਕਥਾ ਤੋਂ। ਸੁਣ ਸੁਣ ਕੇ ਮਨ ਕਰਦਾ ਹੋਰ ਸੁਣੀਏ। ਉਹ ਕਹਿੰਦੇ ਕਦੇ ਨਾਗਾ ਨਾ ਪਵੇ ਮਹਾਰਾਜ ਜੀ ਦੀ ਕਥਾ ਦਾ, ਇੰਨੇ ਪ੍ਰੇਮ ਨਾਲ ਸੁਣਦੇ ਹਨ। ਦ્વੈ ਲੋਚਨ ਸੁਖ ਦੇ ਜੋ ਵਿਸਾਲਾ। ਇਹ ਕਥਾ ਐਸੀ ਆ ਦੋਹਾਂ ਜਹਾਨਾਂ 'ਚ ਸੁਖ ਦਿੰਦੀ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਜਿਹੜੇ ਪ੍ਰੇਮ ਸਹਿਤ ਪੂਰਨ ਸ਼ਰਧਾ ਆਸਥਾ ਨਾਲ ਇਕਾਗਰਤਾ ਸਹਿਤ ਗੁਰੂ ਨਾਨਕ ਸਾਹਿਬ ਜੀ ਦੀ ਸਮਰਥ ਕਥਾ ਨੂੰ ਸੁਣਦੇ ਨੇ, ਉਹਨਾਂ ਦਾ ਲੋਕ ਪਰਲੋਕ ਦੋਵੇਂ ਜਹਾਨ ਸਫਲ ਹੋ ਜਾਂਦੇ ਹਨ। ਉਤੀ ਨ ਸ਼ਕਤ ਮੋਏ ਮੈਂ ਐਸੇ। ਕਵੀ ਜੀ ਕਹਿੰਦੇ ਮੇਰੇ 'ਚ ਕੋਈ ਸ਼ਕਤੀ ਨਹੀਂ ਸੀ ਵੀ ਮੈਂ ਕਹਿ ਸਕਦਾ, ਮੇਰੇ 'ਚ ਨਹੀਂ ਸੀ ਕੋਈ ਤਾਣ ਕਿ ਮੈਂ ਇਹ ਕਥਾ ਕਰ ਸਕਦਾ। ਗ੍ਰੰਥ ਸੰਪੂਰਨ ਪਾ ਅਬ ਜੈਸੇ। ਇਹ ਤਾਂ ਗੁਰੂ ਸਾਹਿਬ ਦਾ ਤਰਸ ਹੋਇਆ, ਉਹਨਾਂ ਦੀ ਦਇਆ ਨਾਲ ਇਹ ਗ੍ਰੰਥ ਸੰਪੂਰਨ ਹੋਇਆ। ਕਿਰਪਾ ਧਾਰ ਸਤਿਗੁਰ ਮੁਝ ਤਾਈ। ਇਹ ਗੁਰੂ ਨਾਨਕ ਸਾਹਿਬ ਨੇ ਆਪ ਕਿਰਪਾ ਕਰਕੇ ਦਇਆ ਕਰਕੇ ਮੇਰੇ ਕੋਲੋਂ ਇਹ ਸੇਵਾ ਲਈ ਹੈ। ਜਿਉਂ ਜਿਉਂ ਮੋਏ ਮਤ ਦੇ ਬਨਵਾਈ। ਜਿਵੇਂ ਜਿਵੇਂ ਸਤਿਗੁਰੂ ਜੀ ਮੈਨੂੰ ਮਤ ਦਿੰਦੇ ਰਹੇ ਮੈਂ ਤਿਵੇਂ ਤਿਵੇਂ ਇਸ ਕਥਾ ਨੂੰ ਬਣਾਉਂਦਾ ਰਿਹਾ। ਕਿਉਂ ਮੈਂ ਕਈ ਕਥਾ ਅਤਰੂਰੀ। ਉਸੇ ਤਰ੍ਹਾਂ ਕਹਿ ਦਿੱਤੀ ਹੈ ਸੁੰਦਰ ਕਥਾ, ਜੋ ਸਾਧਨ ਅਪਵਰਗੇ ਪੂਰੀ। ਔਰ ਇਹ ਸਾਰੇ ਅਪਵਰਗ ਆਦਿਕ ਮੁਕਤੀ ਆਦਿਕ ਦੀ ਸਾਧਨ ਇਹਦੇ ਵਿੱਚੋਂ ਹੀ ਪ੍ਰਾਪਤ ਹੁੰਦੇ ਹਨ। ਸ਼੍ਰੀ ਨਾਨਕ ਪਦ ਪੰਕਜ ਬੰਧਨ। ਹੁਣ ਜਿਹੜਾ ਮੰਗਲਾ ਚਰਨ ਆਪਾਂ ਰੋਜ਼ ਪੜ੍ਹਦੇ ਆ ਨਾ ਕਥਾ ਤੋਂ ਪਹਿਲਾਂ, ਮਹਾਕਵੀ ਜੀ ਨੇ ਇੱਥੇ ਸਮਾਪਤੀ ਵਿੱਚ ਉਹ ਮੰਗਲ ਲਿਖਿਆ ਹੋਇਆ।
ਕਈ ਗੁਰਮੁਖ ਪੁੱਛਦੇ ਜੀ ਇਹ ਕਿੱਥੇ ਲਿਖਿਆ ਹੋਇਆ ਹੈ? ਨਾਨਕ ਪ੍ਰਕਾਸ਼ ਦੀ ਸਮਾਪਤੀ ਵਿੱਚ ਉਹ ਮੰਗਲ ਆਉਂਦਾ ਜਿਹੜਾ ਆਪਾਂ ਪ੍ਰਾਰੰਭ ਵਿੱਚ ਮੰਗਲਾਚਰਨ ਪੜ੍ਹਦੇ ਆ ਨਾ ਰੋਜ਼। ਸ਼੍ਰੀ ਨਾਨਕ ਪਦ ਪੰਕਜ ਬੰਦਨ, ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ, ਚਰਨ ਕਮਲਾਂ ਦੇ ਉੱਤੇ ਮੇਰੀ ਨਮਸਕਾਰ ਹੈ। ਸਿਮਰੋ ਅੰਗਦ ਦੋਖ ਨਿਕੰਦਨ, ਮੈਂ ਗੁਰੂ ਅੰਗਦ ਸਾਹਿਬ ਨੂੰ ਸਿਮਰਦਾ ਹਾਂ ਜਿਨ੍ਹਾਂ ਦਾ ਸਿਮਰਨ ਕੀਤਿਆਂ ਸਾਰੇ ਹੀ ਦੋਸ਼ ਨਸ਼ਟ ਹੋ ਜਾਂਦੇ ਹਨ। ਸਿਮਰੋ ਅੰਗਦ ਦੋਖ ਨਿਕੰਦਨ, ਗੁਰੂ ਅੰਗਦ ਸਾਹਿਬ ਦਾ ਸਿਮਰਨ ਕਰਕੇ ਸਾਰੇ ਹੀ ਦੋਸ਼ ਨਿਵਰਤ ਹੋ ਜਾਂਦੇ ਹਨ। ਅਮਰਦਾਸ ਗੁਰ ਹਿਰਦੇ ਧਿਆਵੋ, ਮੈਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰਾਂ ਨੂੰ ਆਪਣੇ ਹਿਰਦੇ 'ਚ ਧਿਆਉਂਦਾ ਹਾਂ। ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਾਲੋ ਨਾ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੈਂ ਨਿਤ ਆਪਣੇ ਹਿਰਦੇ 'ਚ ਧਿਆਉਂਦਾ ਹਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਔਰ ਜਗਤ ਗੁਰੂ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨ ਸਵਾਰਿਆ ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਮੈਂ ਗੁਣ ਗਾਉਂਦਾ ਹਾਂ ਬਾਰ-ਬਾਰ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਤ, ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜਿਹੜੇ ਸਾਰਿਆਂ ਬਿਗਨਾਂ ਦਾ ਨਾਸ਼ ਕਰਨ ਵਾਲੇ ਹਨ, ਬਿਗਨਾਂ ਦੀ ਨਿਰਵਿਰਤੀ ਕਰਨ ਵਾਲੇ ਹਨ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਿਤ, ਪੀੜੀਆਂ ਪੀੜੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੁਸੀਂ ਸਾਡੇ ਅੰਦਰ ਸ਼ੁਭ ਮਤ ਦਾ ਪ੍ਰਕਾਸ਼ ਕਰਨ ਵਾਲੇ ਹੋ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਤੇ ਨਮਸਕਾਰ ਹੈ। ਮੈਂ ਆਪ ਜੀ ਨੂੰ ਨਿਤ ਆਪਣੇ ਹਿਰਦੇ 'ਚ ਮਨਾਉਂਦਾ ਹਾਂ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਹਰਿ ਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਸਤਿਗੁਰੂ, ਗੂੰਗਿਆਂ ਦੇ ਸਿਰਾਂ ਤੇ ਛੜੀ ਧਰ ਕੇ ਗੀਤਾ ਦੇ ਅਰਥ ਕਰਾਉਣ ਵਾਲੇ ਸਤਿਗੁਰੂ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀਓ, ਬੈਲ ਬੁੱਧੀ ਵਾਲਿਆਂ ਨੂੰ ਬ੍ਰਹਮ ਬੁੱਧੀ ਦਾ ਦਾਨ ਦੇਣ ਵਾਲੇ ਸਤਿਗੁਰੂ, ਆਪ ਜੀ ਨੂੰ ਮੈਂ ਬਾਰ-ਬਾਰ ਆਪਣੇ ਹਿਰਦੇ ਵਿੱਚ ਮਨਾਵਦਾ ਹਾਂ। ਤੇਗ ਬਹਾਦਰ ਪਰਮ ਕਿਰਪਾਲਾ, ਮੇਰਾ ਦੇ ਸਾਈਂ। ਵੇਖੋ ਇਹ ਕਥਾ ਜਿੱਥੇ ਲਿਖੀ ਗਈ ਸ੍ਰੀ ਗੁਰੂ ਨਾਨਕ ਪ੍ਰਕਾਸ਼, ਇਹ ਬੂੜੀਆ ਨਗਰ ਹੈ ਯਮਨਾ ਨਗਰ ਦੇ ਪਾਸ ਜਗਾਦਰੀ, ਉੱਥੇ ਨੌਵੇਂ ਪਾਤਸ਼ਾਹ ਦਾ ਸਥਾਨ ਹੈ। ਉੱਥੇ ਕਥਾ ਮਹਾਕਵੀ ਜੀ ਨੇ ਲਿਖੀ ਹੈ, ਉੱਥੇ ਹੀ ਕਥਾ ਰੋਜ਼ ਕਰਦੇ ਰਹੇ ਲਿਖ ਕੇ। ਸੂਰਜ ਪ੍ਰਕਾਸ਼ ਗ੍ਰੰਥ ਦੀ ਜਿਹੜੀ ਕਥਾ ਉਹ ਮਹਾਕਵੀ ਜੀ ਨੇ ਕੈਂਥਲ ਲਿਖੀ। ਮਹਾਕਵੀ ਭਾਈ ਸੰਤੋਖ ਸਿੰਘ ਜੀ ਦੀ ਹਵੇਲੀ, ਸਾਰੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਹੋਵੇ ਕਿ ਉਹ ਪੰਥ ਦੀ ਇਮਾਨਤ ਪੰਥ ਕੋਲ ਆ ਗਈ ਹੈ। ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਦਾਸ ਦੇ ਵਿਦਿਆ ਦਾਤਾ, ਗੁਰਮੁਖਾਂ ਪਿਆਰਿਆਂ ਕੁਝ ਸਿੰਘਾਂ ਨੇ ਰਲ ਮਿਲ ਕੇ ਭਾਈ ਸਾਹਿਬ ਜੀ ਦੀ ਉਹ ਹਵੇਲੀ ਤਕਰੀਬਨ 6 ਮਹੀਨੇ ਪਹਿਲਾਂ ਖਰੀਦ ਲਈ ਹੈ। ਅੱਜ ਉੱਥੇ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦਾ, ਕਿਉਂਕਿ ਜਿਹੜੀ ਸਮਾਪਤੀ ਹੋਈ ਸੂਰਜ ਪ੍ਰਕਾਸ਼ ਦੀ ਜਿਹੜੀ ਲਿਖਣ ਦੀ ਸੇਵਾ, ਉਹ ਸਾਵਣ ਦੇ ਮਹੀਨੇ 'ਚ ਇਸੇ ਮਹੀਨੇ 'ਚ ਹੋਈ ਸੀ। ਉਹ ਦਿਨ ਅੱਜ ਉੱਥੇ ਮਨਾਇਆ ਵੀ ਗਿਆ ਹੈ। ਉਹ ਸਾਰੀਆਂ ਸੰਗਤਾਂ ਨੂੰ ਇਸ ਗੱਲ ਦੀ ਵੀ ਵਧਾਈ ਹੈ, ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੀ ਯਾਦਗਾਰ ਉੱਥੇ ਕਾਇਮ ਹੋਵੇ। ਸਤਿ ਸ੍ਰੀ ਅਕਾਲ। ਉੱਥੇ ਵੀ ਜਿਹੜੀ ਕਥਾ ਲਿਖੀ, ਨੌਵੇਂ ਪਾਤਸ਼ਾਹ ਦੇ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਮਹਾਕਵੀ ਜੀ ਕਥਾ ਕਰਦੇ ਸਨ। ਸਭ ਤੋਂ ਪਹਿਲੀ ਵਾਰੀ ਇਹ ਕਥਾ ਨਾਨਕ ਪ੍ਰਕਾਸ਼ ਦੀ ਔਰ ਸੂਰਜ ਪ੍ਰਕਾਸ਼ ਦੀ ਨੌਵੇਂ ਪਾਤਸ਼ਾਹ ਦੇ ਅਸਥਾਨ ਤੇ ਹੁੰਦੀ ਰਹੀ ਹੈ। ਔਰ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਅੱਜ ਜੁੜ ਬੈਠੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਹੀ ਹਾਜ਼ਰੀ ਲੱਗ ਰਹੀ ਹੈ। ਤੇਗ ਬਹਾਦਰ ਪਰਮ ਕਿਰਪਾਲਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਪਰਮ ਕਿਰਪਾਲੂ ਦਿਆਲੂ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਮਹਾਰਾਜ, ਪੰਥ ਦੇ ਵਾਲੀ, ਜੋ ਵਿਸ਼ਾਲ ਸ਼ੇਰ ਹਨ, ਵਿਸ਼ਾਲ ਫਿਰਦੇ ਵਾਲੇ, ਗਰੀਬਾਂ ਦੇ ਸਿਰਾਂ ਤੇ ਛੜੀਆਂ ਧਰ ਕੇ ਹੱਥ ਧਰ ਕੇ ਪਾਤਸ਼ਾਹੀਆਂ ਦੇਣ ਵਾਲੇ ਹਨ। ਤਰੋ ਤਰਾ ਪਰ ਪੁਨ ਪੁਨ ਸੀਸਾ, ਦਸਾਂ ਪਾਤਸ਼ਾਹੀਆਂ ਦਾ ਨਾਮ ਵਰਣਨ ਕਰਕੇ ਹੁਣ ਕਹਿੰਦੇ ਮੈਂ ਜ਼ਮੀਨ ਤੇ ਸਿਰ ਧਰ ਕੇ ਦਸਾਂ ਪਾਤਸ਼ਾਹੀਆਂ ਦਾ ਧਿਆਨ ਧਾਰ ਕੇ
ਜ਼ਮੀਨ ਤੇ ਬਾਰ-ਬਾਰ ਸਿਰ ਧਰ ਕੇ ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਬੰਦੋਂ ਬਾਰ ਬਾਰ ਜਗਦੀਸ਼ਾ, ਬਾਰ-ਬਾਰ ਜਗਤ ਦੇ ਈਸ਼ ਸਤਿਗੁਰਾਂ ਨੂੰ ਮੇਰੀ ਬੰਦਨਾ ਹੈ। ਦੋਹਰਾ ਸ਼੍ਰੀਮਤ ਸਿਮਰਨ ਰਤ ਗੁਰੂ ਸੰਤ ਸਿੰਘ ਸ਼ੁਭ ਨਾਮ। ਖਾਲਸਾ ਜੀ, ਸ੍ਰੇਸ਼ਟ ਵਿਦਿਆਰਥੀ ਉਹ ਹੁੰਦਾ ਜਿਹੜਾ ਆਪਣੇ ਵਿਦਿਆ ਦਾਤੇ ਨੂੰ ਨਾਲ-ਨਾਲ ਚੇਤੇ ਰੱਖੇ। ਮਹਾਕਵੀ ਭਾਈ ਸੰਤੋਖ ਸਿੰਘ ਜੀ ਆਪਣੇ ਵਿਦਿਆ ਦਾਤਾ ਨੂੰ ਵੀ ਯਾਦ ਕਰ ਰਹੇ ਨੇ, ਜਿਨ੍ਹਾਂ ਕੋਲੋਂ ਇਹ ਸਾਰੀ ਵਿਦਿਆ ਲਈ ਤੇ ਕਵਿਤਾ 'ਚ ਗ੍ਰੰਥ ਲਿਖ ਸਕੇ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ, ਜਿਨ੍ਹਾਂ ਦੇ ਕੋਲੋਂ ਮਹਾਰਾਜ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਸੋਨਾ ਲੱਗਣ ਦੀ ਜਿਹੜੀ ਸੇਵਾ ਹੋਈ ਨਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ, ਉਹਦੀ ਸਾਰੀ ਨਿਗਰਾਨੀ ਦੀ ਸੇਵਾ ਗਿਆਨੀ ਸੰਤ ਸਿੰਘ ਜੀ ਨੇ ਕੀਤੀ ਹੈ। ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ, ਉਹ ਮਹਾਕਵੀ ਜੀ ਦੇ ਉਸਤਾਦ ਸੀ। ਉਹਨਾਂ ਦੀ ਗੱਲ ਕਰ ਰਹੇ ਨੇ, ਕਹਿੰਦੇ ਸ਼੍ਰੀਮਤ ਸਿਮਰਨ ਰਤ ਗੁਰੂ ਗਿਆਨੀ ਸੰਤ ਸਿੰਘ ਜੀ, ਜਿਨ੍ਹਾਂ ਦੀ ਸ੍ਰੇਸ਼ਟ ਮੱਤ ਹੈ, ਜਿਹੜੇ ਹਰ ਵੇਲੇ ਸਤਿਗੁਰੂ ਜੀ ਦੇ ਸਿਮਰਨ ਦੇ ਰੰਗ ਵਿੱਚ ਰੰਗੇ ਰਹਿੰਦੇ ਸਨ। ਵਿਦਿਆ ਜਿਨ ਤੇ ਮੈਂ ਪਠੀ ਤਿਨ ਪਦ ਕਰੋ ਪ੍ਰਣਾਮ। ਐਸੇ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸੱਚਖੰਡ ਹਰਮੰਦਰ ਸਾਹਿਬ, ਕਹਿੰਦੇ ਜਿਨ੍ਹਾਂ ਕੋਲੋਂ ਮੈਂ ਵਿਦਿਆ ਪੜ੍ਹੀ ਹੈ, ਮੈਂ ਉਹਨਾਂ ਦੇ ਚਰਨਾਂ ਤੇ ਵੀ ਪ੍ਰਣਾਮ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਕਬਿਤ ਹੁਣ ਐਡਰੈਸ ਦੱਸਣ ਲੱਗੇ ਨੇ। ਇਹ ਕਥਾ ਜਿੱਥੇ ਲਿਖੀ ਹੈ ਉਹਦਾ ਐਡਰੈਸ, ਉਹਦਾ ਪਤਾ ਟਿਕਾਣਾ ਦੱਸਣ ਲੱਗੇ ਨੇ। ਕਵਿਤਾ ਵਿੱਚ ਬੜੇ ਸੁੰਦਰ ਛੰਦ ਦੀ ਰਚਨਾ ਕਰਨ ਲੱਗੇ ਨੇ ਕਵਿਤ। ਜਿਹੜੇ ਕਵਿਤਾ ਦੇ ਭੇਦ ਨੂੰ ਸਮਝਦੇ ਆ ਉਹ ਜਾਣਨਗੇ ਵੀ ਕਵਿਤਾ ਦਾ ਰਸ ਕੀ ਹੁੰਦਾ। ਸੁਣੋ ਜੀ। ਸੁਤਾ ਸਵਿਤਾਸ ਕੀ ਨਸਿਆ ਪਾਪ ਰਾਸ ਕੀ, ਸੁਤਾ ਸਵਿਤਾਸ ਕੀ ਨਸਈਆ ਪਾਪ ਰਾਸ ਕੀ। ਸੁਤਾ ਨਾਮ ਹੁੰਦਾ ਲੜਕੀ ਦਾ। ਸੂਰਜ ਦੀ ਲੜਕੀ ਯਾਨੀ ਕਿ ਜਮਨਾ, ਯਮਨਾ ਨਗਰ ਲਿਖੀ ਹੈ ਨਾ ਕਥਾ ਬੂੜੀਏ। ਐਡਰੈਸ ਦੱਸਣ ਲੱਗੇ ਨੇ। ਹਿੰਦੂ ਮਤ ਦੇ ਵਿੱਚ ਜਮਨਾ ਨੂੰ ਪੁਰਾਣਕ ਮਤ ਵਿੱਚ ਮੰਨਿਆ ਜਾਂਦਾ ਵੀ ਇਹ ਸੂਰਜ ਦੀ ਉਹਨਾਂ ਦਾ ਮਤ ਵਰਣਨ ਕਰ ਰਹੇ ਮਹਾਕਵੀ ਜੀ, ਵੀ ਜੋ ਉਹ ਮੰਨਦੇ ਐ ਸਨਾਤਨ ਧਰਮ ਵਾਲੇ ਵੀਰ, ਹਿੰਦੂ ਵੀਰ ਜੋ ਮੰਨਦੇ ਐ ਉਹਦੇ ਮੁਤਾਬਕ ਲਿਖ ਰਹੇ ਨੇ। ਕਹਿੰਦੇ ਜੋ ਸੂਰਜ ਦੀ ਸੁਤਾ ਕਹੀ ਜਾਂਦੀ ਹੈ ਤੇ ਜਿਹੜੇ ਬਾਰੇ ਕਿਹਾ ਜਾਂਦਾ ਵੀ ਇਹ ਪਾਪਾਂ ਦਾ ਨਾਸ ਕਰਦੀ ਹੈ। ਦਿਵਿਆ ਮੁਖ ਦਾਸ ਕੀ ਲਖੇ ਜੋ ਨੇਮ ਜਮਨਾ, ਰਵਈਆ ਮੁਖ ਦਾਸ ਕੀ ਲਖੈ ਜੋ ਨੇਮ ਜਮਨਾ। ਕਹਿੰਦੇ ਹਿੰਦੂ ਵੀਰ ਇਹ ਮੰਨਦੇ ਨੇ ਕਿ ਜਮਨਾ ਮੁਕਤੀ ਦਿੰਦੀ ਹੈ ਔਰ ਇਹਦਾ ਨਾਮ ਜਮਨਾ ਹੈ ਕਿਹਾ ਜਾਂਦਾ ਹੈ। ਇੱਕ ਬਾਰ ਬਾਰ ਛੂਏ ਪਾਵਨ ਤਾ ਪਾਵਨ ਕੈ, ਇੱਕ ਵਾਰ ਇਸ ਜਮਨਾ ਦੇ ਜਲ ਨੂੰ ਛੂਈਏ ਤੇ ਬੜਾ ਪਵਿੱਤਰ ਜਲ। ਹੁਣ ਤਾਂ ਗੰਦਲੀਆਂ ਕਰ ਦਿੱਤੀਆਂ। ਸਾਡਾ ਸਮਾਜ ਇੰਨਾ ਭਿੱਟ ਗਿਆ ਹੈ। ਮਹਾਰਾਜ ਜੀ ਦੀਆਂ ਕੁਦਰਤੀ ਤਾਕਤਾਂ ਜਿਹੜੀਆਂ ਨੇ ਉਹਨਾਂ ਨੂੰ ਗੰਦਲੇ ਕਰਕੇ ਰੱਖ ਦਿੱਤਾ। ਜੋ ਫੈਕਟਰੀਆਂ ਦਾ ਗੰਦ, ਜੋ ਸ਼ਹਿਰਾਂ ਦਾ ਗੰਦ ਇਹਨਾਂ ਨਹਿਰਾਂ ਤੇ ਨਦੀਆਂ ਵਿੱਚ ਰੋੜਨਾ ਸ਼ੁਰੂ ਕਰ ਦਿੱਤਾ। ਕਿੱਥੇ ਇੰਨੀਆਂ ਪਵਿੱਤਰ ਕਰਕੇ ਮੰਨੀਆਂ ਜਾਂਦੀਆਂ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ। ਖੈਰ ਗੁਰੂ ਸਾਹਿਬ ਸਮੱਤ ਦੇਣਗੇ। ਹੁਣ ਲੋਕਾਂ 'ਚ ਜਾਗਰਤੀ ਆ ਰਹੀ ਹੈ ਕਿ ਮੁੜ ਕੇ ਫਿਰ ਵਾਪਸ ਧੁਰੇ ਵੱਲ ਤਾਂ ਆਉਣਾ ਹੀ ਪੈਣਾ ਹੈ ਨਾ। ਕਿੰਨਾ ਕੁ ਭਟਕਣਗੇ, ਅਖੀਰ ਨੂੰ ਪਰਤਣਾ ਹੀ ਪੈਂਦਾ ਹੈ। ਤੋ ਕਹਿੰਦੇ ਇੱਕ ਬਾਰ ਬਾਰ ਛੂਏ ਪਾਵਨ ਤਾਂ ਪਾਵਨ ਕੈ। ਕਹਿੰਦੇ ਜਿਹਨੂੰ ਹੱਥ ਛੂਇਆ ਪਵਿੱਤਰ ਹੋ ਜਾਈਦਾ। ਪਾਨ ਤੇ ਇਸ਼ਨਾਨ ਤੇ ਦੁਖਦ ਤਿੰਨ ਜਮਨਾ। ਸਨਾਤਨ ਧਰਮ ਦੇ ਵੀਰੇ ਮੰਨਦੇ ਨੇ ਵੀ ਜਮਨਾ ਦਾ ਪਾਣੀ ਪੀ ਕੇ ਇਸ਼ਨਾਨ ਕਰਕੇ ਦੁੱਖ ਨਹੀਂ ਵਿਆਪਦਾ, ਜਮ ਨਹੀਂ ਵਿਆਪਦੇ। ਜਮਨਾ ਵੇਖੋ ਉੱਤੇ ਜਮਨਾ ਸ਼ਬਦ ਵਰਤਿਆ, ਇੱਥੇ ਨਖੇੜ ਦਿੱਤਾ। ਕਹਿੰਦੇ ਜਿਹੜੇ ਇਹਦੇ 'ਚ ਇਸ਼ਨਾਨ ਕਰਦੇ ਆ ਹਿੰਦੂ ਵੀਰ, ਕਹਿੰਦੇ ਜਮਨਾ, ਉਹਨੂੰ ਜਮ ਨਹੀਂ ਵਿਆਪਦੇ। ਸ਼ਾਮ ਜਲ ਜਲ ਜੇ ਬਿਲੋਚਨੀ ਕੋ ਸ਼ਾਮ ਪਤ। ਜਮਨਾ ਦਾ ਪਾਣੀ ਜਿਹੜਾ ਸ਼ਾਮ ਵਰਣੀ ਹੈ। ਜਿੰਨੀਆਂ ਨਦੀਆਂ ਪਰਮੇਸ਼ਰ ਨੇ ਬਣਾਈਆਂ ਸਭ ਦੇ ਰੰਗ ਪਾਣੀ ਦੇ ਵੱਖੋ ਵੱਖਰੇ। ਗੰਗਾ ਦਾ ਚਿੱਟਾ ਰੰਗ ਹੈ, ਜਮਨਾ ਸ਼ਾਮ ਵਰਣੀ ਕਹੀ ਜਾਂਦੀ ਹੈ। ਹਾਂਜੀ। ਚੰਚਲ ਅਚਲ ਜਿਨ ਚਲਿਓ ਕਾਲ ਜਮਨਾ। ਕਹਿੰਦੇ ਕ੍ਰਿਸ਼ਨ ਜੀ ਦੀ ਘਰਵਾਲੀ ਕਹੀ ਜਾਂਦੀ ਹੈ ਜਮਨਾ। ਕਿਹੜੇ ਕ੍ਰਿਸ਼ਨ ਜੀ ਜਿਹਨੇ ਕਾਲ ਜਮਨ ਨੂੰ ਛਲ ਲਿਆ ਸੀ।
ਜਾਂ ਕੇ ਅਨ ਸਾਮਨਾ ਬਿਗਨ ਗੁਣ ਸਮਨਾ। ਕਹਿੰਦੇ ਇਹੋ ਜੀ ਜਮਨਾ ਜਿਹਦੇ ਸਮਾਨ ਕੋਈ ਨਦੀ ਨਜ਼ਰ ਨਹੀਂ ਆਉਂਦੀ। ਸਦੀਵ ਸਿੰਧ ਗਮਨਾ ਸੁਹਾਏ ਸ਼ੁਭ ਜਮਨਾ। ਜਿਹੜੀ ਸਦੀਵ ਸਮੁੰਦਰ ਵਾਲੇ ਪਾਸੇ ਨੂੰ ਵੱਧ ਰਹੀ ਹੈ ਤੇ ਸ਼ੋਭਦੀ ਹੈ। ਛਪੈ ਹਿਰਿ ਜਮਨਾ ਸੁਖ ਕਰਨ ਹਰਨ ਦੁਖ ਦਰਨੀ ਕਲ ਮਲ। ਜਮਨਾ ਨੂੰ ਸੁਖ ਕਰਨੀ ਕਿਹਾ ਜਾਂਦਾ ਹਿੰਦੂ ਵੀਰਾਂ ਵੱਲੋਂ, ਔਰ ਪਾਪਾਂ ਦਾ ਨਾਸ਼ ਕਰਨ ਵਾਲਾ ਕਿਹਾ ਜਾਂਦਾ ਹੈ। ਸੁਮਤ ਸਦਨ ਬਿਦ ਬਦਨ ਕੁਮਤ ਕਦਨੀ ਸ਼ਾਮ ਜਲ। ਸੁਮਤ ਸਦਨੀ ਕਿਹਾ ਜਾਂਦਾ ਹੈ, ਕੁਮਤ ਦਾ ਨਾਸ਼ ਕਿਹਾ ਜਾਂਦਾ ਹੈ। ਮਨ ਮੋਹਨ ਕੀ ਪ੍ਰਿਯ ਪ੍ਰਵਾਹ ਪਾਵਨ ਬੈਤਰਨੀ। ਮਨ ਮੋਹਨ ਕ੍ਰਿਸ਼ਨ ਦੀ ਪਿਆਰੀ ਹੈ ਜਮਨਾ ਤੇ ਸੋਹਣੇ ਵਹਾਵ ਨਾਲ ਵਹਿ ਰਹੀ ਹੈ। ਸਵਿਤਾ ਸੁਤਾ ਸੁਜਾਨ ਤਰਾਸ ਜਮ ਦੂਤ ਨਿਵਰਨੀ। ਸੂਰਜ ਦੇ ਪੁੱਤਰੀ ਕਿਹਾ ਜਾਂਦਾ, ਸੁਜਾਨ ਕਿਹਾ ਜਾਂਦਾ ਤੇ ਜਮ ਦੂਤ ਦੇ ਤਰਾਸ ਨੂੰ ਨਿਵਾਰਦੀ ਹੈ। ਤੈ ਤੀਰ ਬੂਰੀਆ ਨਗਰ ਇੱਕ ਕਵ ਨਿਕੇਤ ਲਖੀਏ ਤਹਾਂ। ਇਹੋ ਜੀ ਸੁੰਦਰ ਜਮਨਾ ਦਾ ਪਹਿਲਾ ਅਲੰਕਾਰ ਬਨ ਕੇ ਨਾ ਸਾਰਾ ਕਹਿੰਦੇ ਉਹਦੇ ਕੰਢੇ ਤੇ ਇੱਕ ਨਗਰ ਹੈ ਬੂੜੀਆ। ਉਸ ਬੂੜੀਆ ਨਗਰ ਵਿਖੇ ਕਰ ਗ੍ਰੰਥ ਸਮਾਪਤ ਕੋ ਭਲੇ ਗੁਰ ਜਸ ਜਿਸ ਮੈਂ ਸੁਠ ਮਹਾ। ਕਵੀ ਜੀ ਕਹਿੰਦੇ ਉੱਥੇ ਮੈਂ ਇਹ ਗ੍ਰੰਥ ਸ੍ਰੀ ਨਾਨਕ ਪ੍ਰਕਾਸ਼ ਦਾ ਸੰਪੂਰਨ ਕੀਤਾ ਹੈ। ਖਾਲਸਾ ਜੀ ਜਦੋਂ ਇਹ ਕਥਾ ਲਿਖਦੇ ਸੀ ਨਾ ਮਾਂ ਕਵੀ ਜੀ, ਘਰ ਦੇ ਹਾਲਾਤ ਇਹੋ ਜਿਹੇ ਸਨ ਕਿ ਪ੍ਰਸ਼ਾਦਾ ਨਹੀਂ ਸੀ ਪੱਕਦਾ। ਕਰਜ਼ਦਾਰਾਂ ਦਾ ਕਿਸੇ ਕੋਲ ਦੁੱਧ ਆਉਂਦਾ, ਰਾਸ਼ਨ ਆਉਂਦਾ, ਉਹ ਆ ਕੇ ਦਰਵਾਜ਼ੇ ਦੇ ਉੱਤੇ ਕਹਿੰਦੇ ਸਾਡਾ ਕਰਜ਼ਾ ਮੋੜ। ਤੇ ਮਾਂ ਕਵੀ ਜੀ ਸਾਰਾ ਦਿਨ ਇਸ ਸੇਵਾ 'ਚ ਰਹਿੰਦੇ ਸਨ। ਇਹ ਦੁਖਾਂਤ ਹੈ। ਹੁਣ ਵੀ ਜਿਹੜੇ ਪੰਥ ਵਾਸਤੇ ਕੁਝ ਲਿਖਾਰੀ ਲਿਖਦੇ ਆ, ਉਹਨਾਂ ਦੀ ਕਿਤੇ ਕੋਈ ਸਹੀ ਯੋਗ ਸਹਾਇਤਾ ਨਹੀਂ ਹੁੰਦੀ ਸਹੀ ਢੰਗ ਨਾਲ। ਆਪਣੀ ਭਾਵਨਾ ਨਾਲ ਗੁਰਮੁਖ ਪਿਆਰੇ ਜੋ ਲਿਖ ਕੇ ਘਾਲਣਾ ਘਾਲ ਕੇ। ਤੋ ਮਾਂ ਕਵੀ ਜੀ ਦੇ ਘਰ ਦਾ ਮਾਹੌਲ ਇਦਾਂ ਦਾ ਸੀ। ਪਟਿਆਲੇ ਦੇ ਰਾਜੇ ਨੂੰ ਪਤਾ ਲੱਗਾ ਤੇ ਮਾਂ ਕਵੀ ਜੀ ਨੂੰ ਇੱਥੇ ਪਟਿਆਲੇ ਲੈ ਆਇਆ ਵੀ ਐਡਾ ਵੱਡਾ ਪੰਥ ਦਾ ਵਿਦਵਾਨ ਰੁਲ ਰਿਹਾ। ਪਰ 6 ਮਹੀਨੇ ਪਟਿਆਲੇ ਰਹੇ ਤੇ ਭਾਈ ਸਾਹਿਬ ਦਾ ਇੱਥੇ ਮਨ ਨਹੀਂ ਲੱਗਾ। ਤੇ ਕੈਂਥਲ ਦਾ ਰਾਜਾ ਸੀ ਉਦੈ ਸਿੰਘ, ਉਹ ਮਾਂ ਕਵੀ ਜੀ ਨੂੰ ਕੈਂਥਲ ਲੈ ਗਿਆ। ਫਿਰ ਉੱਥੇ ਭਾਈ ਸਾਹਿਬ ਤਕਰੀਬਨ 20 ਸਾਲ ਦਾ ਲੰਮੇਰਾ ਸਮਾਂ ਰਹੇ ਔਰ ਉੱਥੇ ਹੀ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਲਿਖੀ। ਹਾਂਜੀ। ਚੌਪਈ ਆਦ ਸੁਦਾ ਸੁਰ ਜੇ ਸਥਾਨਾ। ਕਹਿੰਦੇ ਕਥਾ ਕਿੱਥੋਂ ਕਿੱਥੋਂ, ਸੋਰਸ ਕਿੱਥੋਂ ਕਿੱਥੋਂ ਲਏ। ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਆਦਿਕ ਸਥਾਨਾਂ ਤੋਂ। ਖੋਜ ਖੋਜ ਨੀਕੇ ਬਿਦ ਨਾਨਾ। ਚੰਗੀ ਤਰ੍ਹਾਂ ਮੈਂ ਗ੍ਰੰਥ ਖੋਜੇ, ਜਨਮ ਸਾਖੀਆਂ ਵੇਖੀਆਂ। ਲਿਖੀ ਦੇਖ ਕੇ ਤੀ ਬਹੁਥਾਈ। ਖਾਲਸਾ ਜੀ ਗੁਰੂ ਸਾਹਿਬ ਦੀਆਂ 4 ਜਨਮ ਸਾਖੀਆਂ ਨੇ ਪੁਰਾਣੀਆਂ, ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨਾਲ ਸੰਬੰਧਿਤ ਹਨ। ਮਾਂ ਕਵੀ ਜੀ ਕਹਿੰਦੇ ਮੈਂ ਉਹ ਵੀ ਵੇਖੀਆਂ ਹੋਰ ਗੁਣੀਆਂ ਜਨਾਂ ਕੋਲੋਂ ਜਿੱਥੋਂ ਜਿੱਥੋਂ ਗੁਰੂ ਨਾਨਕ ਸਾਹਿਬ ਦੀ ਕਥਾ ਮਿਲੀ। ਕੀਤੀ ਸੁਣੀ ਜੋ ਮਨ ਮੈਂ ਪਾਈ। ਕਹਿੰਦੇ ਕਈਆਂ ਕੋਲੋਂ ਸੁਣੀ ਤੇ ਜਿਹੜੀ ਮੇਰੇ ਮਨ ਨੂੰ ਚੰਗੀ ਲੱਗੀ ਵੀ ਹਾਂ ਇਹ ਸਹੀ ਹੈ। ਬੀਨ ਬੀਨ ਗੁਰ ਮਹਿਮਾ ਆਛੀ। ਚੁਣ ਚੁਣ ਕੇ ਗੁਰੂ ਨਾਨਕ ਸਾਹਿਬ ਦੀ ਇਹ ਪਾਵਨ ਕਥਾ। ਮਾਖਨ ਜੋ ਲੀਨੀ ਤਜ ਛਾਛੀ। ਕਹਿੰਦੇ ਮੱਖਣ ਵਾਂਗੂ ਕੱਢ ਲਈ, ਲੱਸੀ ਛੱਡ ਦਿੱਤੀ, ਜਿਹੜਾ ਮੱਖਣ ਸੀ ਨਿਚੋੜ ਸੀ ਉਹ ਕੱਢ ਲਿਆ। ਕਵਿਤਾ ਤਾਂ ਕੀ ਰੁਚਿਰ ਬਣਾਈ। ਔਰ ਇਹਦੀ ਸੁੰਦਰ ਕਵਿਤਾ ਬਣਾਈ ਹੈ। ਸਤਿਗੁਰ ਸਿੱਖਨ ਕੇ ਮਨ ਪਾਈ। ਔਰ ਇਹ ਕਥਾ ਗੁਰੂ ਕੇ ਸਿੱਖਾਂ ਦੇ ਮਨਾਂ ਨੂੰ ਭਾਉਂਦੀ ਹੈ। ਜਹਾਂ ਭੂਲ ਮੁਝ ਤੇ ਕਛ ਹੋਈ। ਇਹ ਮਾਂ ਕਵੀ ਜੀ ਦੀ ਨਿਮਰਤਾ। ਕਹਿੰਦੇ ਜੇ ਮੇਰੇ ਕੋਲੋਂ ਲਿਖਦੇ ਆ ਭੁੱਲ ਹੋ ਗਈ ਹੋਵੇ ਕਿਤੇ, ਸੁਨ ਪਟ ਕਰੇ ਰੋਸ ਨੈ ਕੋਈ। ਇਹ ਕਥਾ ਸੁਣਨ ਵਾਲਿਓ, ਪੜਨ ਵਾਲਿਓ, ਮੇਰੇ ਤੇ ਗੁੱਸਾ ਨਾ ਕਰਿਓ ਜੇ ਕਿਤੇ ਮੇਰੇ ਕੋਲੋਂ ਲਿਖਦੇ ਆ ਭੁੱਲ ਹੋ ਗਈ ਹੋਵੇ। ਮਾਂ ਕਵੀ ਜੀ ਕਹਿੰਦੇ ਜਦੋਂ ਪੜੋ ਸੁਣੋਗੇ ਤੇ ਪੜ ਸੁਣ ਕੇ ਕੋਈ ਗੁੱਸਾ ਨਾ ਕਰਿਓ ਮੇਰੇ ਤੇ। ਕਿਰਪਾ ਧਾਰ ਸੋ ਲਿਹੋ ਬਣਾਏ। ਮੇਰੇ ਤੇ ਕਿਰਪਾ ਧਾਰਿਓ, ਜੇ ਕੋਈ ਮੇਰੇ ਕੋਲੋਂ ਭੁੱਲ ਹੋ ਗਈ ਹੋਵੇ ਤੇ ਉਹ ਸੁਧਾਰ ਲਿਓ। ਜਿਉ ਸਤਿਗੁਰ ਸਿੱਖਨ ਮਨ ਪਾਏ। ਜਿਵੇਂ ਗੁਰੂ ਕੇ ਸਿੱਖਾਂ ਦੇ ਮਨਾਂ ਨੂੰ ਭਾਵੇ। ਬੜੇ ਬਿਲੋਕੇ ਬਾਲਕ ਲੀਲਾ। ਕਹਿੰਦੇ ਜਦੋਂ ਵੱਡੇ ਹੁੰਦੇ ਨਾ ਘਰ 'ਚ ਛੋਟਾ ਜਿਹਾ ਬੱਚਾ 2-3 ਸਾਲ ਦਾ, ਉਹਦੀ ਲੀਲਾ ਵੇਖਦੇ ਨੇ, ਖੇਡਦੇ ਨੂੰ ਵੇਖਦੇ ਨੇ। ਅਸਤ ਬੇਅਸਤ ਸੋ ਹੋਏ ਅਨਲੀਲਾ। ਬੱਚੇ ਦੇ ਬੋਲ ਅਸਤ ਵਿਅਸਤ ਜੇ ਹੁੰਦੇ ਨੇ। ਉਹ ਕਚਲਾ ਜਿਹਾ ਬੋਲਦਾ, ਤੋਤਲਾ ਜਿਹਾ ਬੋਲਦਾ। ਕਈ ਵਾਰੀ ਉਹ ਆ ਕੇ
ਤੂੰ ਕਰਕੇ ਵੀ ਵੱਡੇ ਨਾਲ ਗੱਲ ਕਰ ਲੈਂਦਾ, ਉਹਨੂੰ ਬੱਚੇ ਨੂੰ ਪਤਾ ਨਹੀਂ ਹੁੰਦਾ। ਬਚਨ ਸਪਸ਼ਟ ਨਾ ਆਵੇ ਤਾਈ, ਉਹ ਸਪਸ਼ਟ ਨਹੀਂ ਬੋਲਦਾ, ਮੂੰਹ ਉਹਦੇ ਸ਼ੁੱਧ ਨਹੀਂ ਬੋਲਿਆ ਜਾਂਦਾ। ਹਰਖੇ ਸੁਨਤ ਬ੍ਰਿਧ ਰਿਸਨਾਈ, ਪਰ ਜਿਹੜੇ ਘਰ ਦੇ ਵੱਡੇ ਹੁੰਦੇ ਨੇ ਨਾ, ਆਪਣੇ ਬੱਚਿਆਂ ਦੀਆਂ ਤੋਤਲੀਆਂ ਗੱਲਾਂ ਸੁਣ ਕੇ ਵੀ ਬੜੇ ਖੁਸ਼ ਹੁੰਦੇ। ਉਹ ਕਹਿੰਦੇ ਪੁੱਤ ਇੱਕ ਵਾਰੀ ਫੇਰ ਕਹਿ। ਮਾਂ ਕਵੀ ਜੀ ਕਹਿੰਦੇ ਮੈਂ ਸਾਰੀ ਸਾਧ ਸੰਗਤ ਦਾ ਬੱਚਾ, ਇਹ ਕਥਾ ਜਿਹੜੀ ਕਹੀ ਹੈ ਮੈਂ ਤੋਤਲੇ ਬੋਲਾਂ ਚ ਕਹੀ ਹੈ, ਤੁਸੀਂ ਵੱਡੇ ਹੋ, ਇਹਨੂੰ ਸੁਣ ਕੇ ਮੇਰੇ ਤੇ ਖੁਸ਼ੀ ਕਰਿਓ। ਸਤਿ ਸ੍ਰੀ ਅਕਾਲ। ਛੋਟੋ ਲਖੇ ਕਿਰਪਾ ਕੋ ਕਰਈ, ਸਗੋਂ ਵੱਡੇ ਛੋਟਿਆਂ ਬੱਚਿਆਂ ਨੂੰ ਵੇਖ ਕੇ ਉਹਨਾਂ ਤੇ ਕਿਰਪਾ ਕਰਦੇ ਨੇ। ਵੱਡ ਜੋ ਹੈ ਲੱਛਣ ਅਸ ਧਰਈ, ਜਿਹੜੇ ਵੱਡੇ ਨੇ ਵੱਡਿਆਂ 'ਚ ਇਹ ਲੱਛਣ ਹੁੰਦੇ ਆ, ਉਹ ਛੋਟਿਆਂ ਦੀਆਂ ਭੁੱਲਾਂ ਨਹੀਂ ਚਿਤਾਰਦੇ, ਸਗੋਂ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਆ, ਉਹਨਾਂ ਤੇ ਦਇਆ ਕਰਦੇ ਆ। ਮੰਦਮਤੀ ਚੈ ਬਾਦਕ ਨੇਰਾ, ਹਾਂ ਜਿਹੜੇ ਮੰਦਮਤੀ ਨੇ, ਹੰਕਾਰੇ ਹੋਏ, ਉਹ ਲੜਨਾ ਚਾਹੁੰਦੇ ਆ, ਅੱਗੋਂ ਉਹ ਝਗੜੇ ਦਾ ਕਾਰਨ ਬਣਾਉਂਦੇ ਆ। ਤੈਸੋ ਕੈਸੇ ਹੋਏ ਨਨ ਬੇਰਾ, ਜਿਹੜੇ ਮਾੜੀ ਮੱਤ ਵਾਲੇ ਝਗੜਾ ਕਰਨ ਦੀ ਬਿਰਤੀ ਵਾਲੇ ਨੇ, ਕਹਿੰਦੇ ਉਹਨਾਂ ਨਾਲ ਨਹੀਂ ਕਿਤੇ ਨਵੇੜਾ ਹੁੰਦਾ, ਉਹਨਾਂ ਨਾਲ ਝਗੜਾ ਕਰਨ ਦੀ ਬਜਾਏ ਆ ਵੀ ਚੁੱਪ ਹੀ ਹੋ ਜਾਓ। ਗੁਰ ਸਿੱਖੀ ਜਾਚੋਂ ਹੋ ਦਾਨਾ, ਮਾਂ ਕਵੀ ਜੀ ਭੇਟਾ ਮੰਗਦੇ ਆ ਇਸ ਗਾਥਾ ਨੂੰ ਸੁਣ ਕੇ ਲਿਖਣ ਦੀ। ਕਹਿੰਦੇ ਮੈਂ ਸਾਰੀ ਸੰਗਤ ਕੋਲੋਂ ਭੇਟਾ ਮੰਗਦਾ ਹਾਂ। ਕੀ ਭੇਟਾ ਮੰਗਦਾ ਸੰਗਤ ਜੀ? ਮੈਨੂੰ ਗੁਰੂ ਕੀ ਸਿੱਖੀ ਦਾ ਦਾਨ ਪ੍ਰਾਪਤ ਹੋਵੇ, ਮੇਰੇ ਤੇ ਇਹ ਕਿਰਪਾ ਕਰਿਓ। ਸਤਿ ਸ੍ਰੀ ਅਕਾਲ। ਗੁਰ ਸਿੱਖੀ ਜਾਚੋ ਹੋ ਦਾਨਾ, ਮੈਂ ਗੁਰੂ ਕੀ ਸਿੱਖੀ ਦਾ ਦਾਨ ਮੰਗਦਾ ਹਾਂ, ਜਿਸ ਤੇ ਹੋਏ ਪਰਮ ਕਲਿਆਣਾ, ਜਿਸ ਨਾਲ ਪਰਮ ਕਲਿਆਣ ਦੀ। ਹਾਲਾਂਕਿ ਘਰ ਦੇ ਹਾਲਾਤ ਇਹ ਸੀ, ਮਾਂ ਕਵੀ ਜੀ ਦੇ ਜਦੋਂ ਇਹ ਕਥਾ ਲਿਖ ਰਹੇ ਨੇ, ਉਹ ਕਹਿੰਦੇ ਕਰਜ਼ਦਾਰ ਠਾਂਡੇ ਰਹਿ ਦੇਤ ਮੁਖ ਗਾਰ, ਬਿਨਾ ਰੋਜ਼ਗਾਰ ਖਾਈਅਤ ਹੈ। ਕਹਿੰਦੇ ਕਰਜ਼ਾ ਲੈਣ ਵਾਲੇ ਦਰਵਾਜ਼ੇ ਤੇ ਖਲੋਤੇ ਰਹਿੰਦੇ ਆ, ਰੋਜ਼ਗਾਰ ਹੈ ਨਹੀਂ, ਉਹ ਕਰਜ਼ਾ ਮੰਗਦੇ ਆ, ਬਿਨਾ ਰੋਜ਼ਗਾਰ ਤੋਂ ਰੋਜ਼ ਉਹਨਾਂ ਦੀਆਂ ਗਾਲਾਂ ਖਾਂਦੇ ਆ। ਇਹ ਕਥਾ ਕਹਿ ਕੇ ਕਹਿੰਦੇ ਮੈਨੂੰ ਮਾਇਆ ਨਹੀਂ ਚਾਹੀਦੀ। ਕੀ ਮੰਗ ਕਰਦੇ ਆ ਮਹਾਰਾਜ? ਕਹਿੰਦੇ ਮੈਨੂੰ ਇਹ ਦਾਤ ਦਿਓ ਕਿ ਮੈਨੂੰ ਸਿੱਖੀ ਦਾ ਦਾਨ ਪ੍ਰਾਪਤ ਹੋਵੇ, ਜਿਹਦੇ ਨਾਲ ਮੈਂ ਪਰਮ ਕਲਿਆਣ ਨੂੰ ਪ੍ਰਾਪਤ ਹੋਵਾਂ। ਮਨਸਾ ਸਗਰੀ ਮਨੇ ਸਮਾਵੇ, ਇਹ ਕਿਰਪਾ ਕਰਿਓ ਮੇਰੇ ਮਨ ਦੀਆਂ ਜਿੰਨੀਆਂ ਮਨਸਾਵਾਂ ਨੇ ਮਨ 'ਚ ਹੀ ਸਮਾ ਜਾਣ, ਮਨ ਦੇ ਜਿੰਨੇ ਮਨੋਰਥ ਨੇ ਉਹ ਮਨ 'ਚ ਹੀ ਸਮਾ ਜਾਣ। ਸ਼ਾਂਤ ਹੋਏ ਨੀਕੋ ਪਦ ਪਾਵੇ, ਮੈਂ ਸ਼ਾਂਤ ਹੋ ਕੇ ਨੀਕੀ ਪਦਵੀ ਪ੍ਰਾਪਤ ਕਰ ਲਵਾਂ। ਚੋਪਈ ਏਕ ਆਂਕ ਅਰ ਅਸ਼ਟ ਕਰ ਬੌਰ ਅਸ਼ਟ ਪਰ ਸੂਨ। ਹੁਣ ਖਾਲਸਾ ਜੀ ਸੰਮਤ ਦੱਸਣ ਲੱਗੇ ਨੇ ਵੀ ਕਥਾ ਕਿਹੜੇ ਸੰਨ 'ਚ ਲਿਖੀ, ਸੰਮਤ 'ਚ ਕਿਹੜੇ 'ਚ ਲਿਖੀ। ਏਕ ਆਂਕ, ਇੱਕ ਲਿਖ ਕੇ ਪਹਿਲਾਂ ਇੱਕ ਆਂਕ, ਇੱਕ ਲਿਖ ਕੇ ਅਰ ਅਸ਼ਟ, ਫਿਰ ਲਿਖੋ 8 ਯਾਨੀ ਕਿ 18, ਕਰ ਬਹੁਰ ਅਸ਼ਟ, ਫਿਰ ਲਿਖੋ 8 ਤੇ ਫਿਰ ਉਹਦੇ ਤੇ ਸ਼ੂਨ, ਸ਼ੁੰਨਿਆ ਲਿਖੋ, ਯਾਨੀ ਕਿ 1880 ਸੰਮਤ ਬਿਕਰਮੀ ਦੇ ਵਿੱਚ ਕਾਤਿਕਾ ਪੂਰਨਮਾ ਵਿਖੇ ਪਇਓ ਗ੍ਰੰਥ ਬਿਨਯੂਨ। ਇਹ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਇਸ ਗ੍ਰੰਥ ਦੀ ਕਥਾ ਦੀ ਸਮਾਪਤੀ ਮਾਂ ਕਵੀ ਜੀ ਨੇ ਕੀਤੀ। ਦੇਵਾ ਸਿੰਘ ਪਿਤ ਤੇ ਜਨਮ ਕਵ ਸੰਤੋਖ ਸਿੰਘ ਨਾਮ। ਭਾਈ ਦੇਵਾ ਸਿੰਘ ਜੀ ਦੇ ਗ੍ਰਹਿ ਵਿਖੇ ਮਾਂ ਕਵੀ ਜੀ ਆਪਣਾ ਐਡਰੈਸ ਦੱਸਦੇ ਐ ਕਿ ਮੈਂ ਦੇਵਾ ਸਿੰਘ ਜੀ ਦੇ ਗ੍ਰਹਿ ਵਿਖੇ, ਨੂਰ ਦੀ ਸਰਾਂ ਨਗਰ ਹੈ ਖਾਲਸਾ ਜੀ, ਭਾਈ ਸਾਹਿਬ ਜੀ ਦਾ ਜਿਹੜਾ ਨਗਰ ਹੈ ਤਰਨਤਾਰਨ ਸਾਹਿਬ ਦੇ ਲਾਗੇ, ਉਸ ਨਗਰ ਵਿੱਚ ਭਾਈ ਦੇਵਾ ਸਿੰਘ ਜੀ ਦੇ ਘਰ ਮਾਂ ਕਵੀ ਜੀ ਦਾ ਜਨਮ ਹੋਇਆ। ਸੁੰਦਰ ਯਾਦਗਾਰ ਉੱਥੇ ਬਣੀ ਹੋਈ ਹੈ। ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਦੋਂ ਇਹ ਸੇਵਾ ਵਿੱਚ ਸਨ ਪ੍ਰਧਾਨ ਦੀ, ਉਦੋਂ ਮਾਂ ਕਵੀ ਜੀ ਦਾ ਪਾਵਨ ਜਨਮ ਦਿਹਾੜਾ ਉਸ ਸਥਾਨ ਤੇ ਮਨਾਇਆ ਸੀ। ਬਹੁਤ ਸੁੰਦਰ ਤਰੀਕੇ ਨਾਲ ਮਾਂ ਕਵੀ ਜੀ ਦੀ ਯਾਦ ਮਨਾਈ ਸੀ। ਸੋ ਇੱਥੇ ਕਹਿ ਰਹੇ ਨੇ ਕਿ ਦੇਵਾ ਸਿੰਘ ਜੀ ਦੇ ਘਰ ਕਵੀ ਸੰਤੋਖ ਸਿੰਘ ਮੇਰਾ ਨਾਮ ਹੈ। ਬਰ ਮੰਗੋ ਸਤ ਸੰਗ ਕੋ ਕਰ ਸਤਿਗੁਰ ਪ੍ਰਣਾਮ। ਮੈਂ ਸਾਰੀ ਸੰਗਤ ਕੋਲੋਂ ਵਰ ਮੰਗਦਾ ਹਾਂ ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਦਾ ਹਾਂ। ਕਬਿਤ ਹੁਣ ਸਮਾਪਤੀ ਦਾ ਮੰਗਲ ਹੈ, ਸੁਣੋ ਜੀ। ਸਭੇ ਗੁਣ ਊਰ ਭਰਪੂਰ ਹੋਇਓ ਔਗੁਣਨ। ਕਹਿੰਦੇ ਮੈਂ ਸਾਰੇ ਗੁਣਾ ਤੋਂ ਊਣਾ, ਮੇਰੇ 'ਚ ਕੋਈ ਗੁਣ ਨਹੀਂ।
ਭਰਪੂਰ ਹੋਇਓ ਔਗਣਨ, ਮੈਂ ਔਗਣਾ ਦਾ ਭਰਿਆ ਹੋਇਆ, ਹਮ ਔਗਣ ਭਰੇ ਏਕ ਗੁਣ ਨਾਹੀ। ਹਾਂਜੀ। काम क्रोध पूरों की वृद्धता फरद की। ਕਾਮ ਕ੍ਰੋਧ ਝੂਠ ਦੀ ਮੇਰੀ ਜਿਹੜੀ ਵਧੀ ਹੋਈ ਇਹ ਮੇਰਾ ਖਾਤਾ ਹੈ, ਮੇਰੀ ਫਰਦ ਹੈ। होयो मन चूर चूर रही मत चूर चूर। ਮੇਰਾ ਮਨ ਚੂਰ ਚੂਰ ਹੋਇਆ ਫਿਰਦਾ, ਕਦੇ ਇੱਧਰ ਭਟਕਦਾ ਕਦੇ ਇੱਧਰ ਜਾਂਦਾ ਹੈ। ਮਤ ਚੂਰ ਝੂਰ ਝੂਰ ਯਾਨੀ ਕਿ ਦੁਖੀ ਹੋ ਰਹੀ ਹੈ। देख रहे हो दूर दूर दारू न दर्द की। ਕਹਿੰਦੇ ਮੈਂ ਦੂਰ ਦੂਰ ਜਾ ਕੇ ਵੇਖ ਲਿਆ, ਮੇਰੇ ਇਸ ਦਰਦ ਦਾ ਕੋਈ दारू ਮੈਨੂੰ ਨਜ਼ਰ ਨਹੀਂ ਆਉਂਦਾ। मिले गुर पूरन संतोख सिंह तूरन। ਕਹਿੰਦੇ ਮੇਰੇ ਤੇ ਤਰਸ ਹੋਇਆ, ਮੇਰੇ ਇਸ ਦੁੱਖ ਨੂੰ ਦੂਰ ਕਰਨ ਲਈ ਮਹਾਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਨੂੰ ਪੂਰਨ ਗੁਰੂ ਦਾ ਮੇਲ ਪ੍ਰਾਪਤ ਹੋਇਆ। 100 ਲੱਖ ਦੁੱਖ ਪੂਰ ਗਤ ਏਕਲੀ ਨਰਦ ਕੀ। ਕਹਿੰਦੇ ਕੱਲੀ ਨਰਦ ਜਿਵੇਂ ਪਈ ਹੁੰਦੀ ਨਾ, ਚੌਪੜ ਖੇਡਦੇ ਸਨ ਪਹਿਲਾਂ, ਨਰਦਾਂ ਹੁੰਦੀਆਂ ਸੀ, ਕੱਲੀ ਨਰਦ ਮਾਰੀ ਜਾਂਦੀ ਸੀ। ਕਹਿੰਦੇ ਗੁਰੂ ਸਾਹਿਬ ਨੇ ਮੈਨੂੰ ਕੱਲੀ ਨਰਦ ਪਿਆ ਵੇਖ ਕੇ ਵੀ ਇਹਨੇ ਮਾਰਿਆ ਜਾਣਾ, ਮੇਰੇ ਤੇ ਤਰਸ ਕਰਕੇ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿੱਤੀ ਹੈ। ਨਾਮ ਹੈ ਸ਼ਰਨ ਸੂਰ ਪਾਵਨ ਪਤਿਤ ਰੂਰ। ਸਤਿਗੁਰਾਂ ਦਾ ਨਾਮ ਹੈ ਸ਼ਰਨ ਸੂਰ, ਸ਼ਰਨ ਚਾਏ ਨੂੰ ਰੱਖਣ ਦੀ ਸਮਰੱਥਾ ਰੱਖਣ ਵਾਲੇ। ਜੇ ਔਰੰਗਜ਼ੇਬ ਤੋਂ ਭੱਜ ਕੇ ਆਏ ਭਾਈ ਨੰਦ ਲਾਲ ਸਾਹਿਬ, ਵੇਖਿਆ ਪੂਰੇ ਅਫਗਾਨਿਸਤਾਨ ਤੱਕ ਕੋਈ ਨਜ਼ਰ ਨਹੀਂ ਆਉਂਦਾ ਜਿਹੜਾ ਮੈਨੂੰ ਸ਼ਰਨ 'ਚ ਰੱਖ ਲਵੇ, ਔਰੰਗੇ ਤੋਂ ਸਭ ਡਰਦੇ ਨੇ। ਤਾਂ ਨਿਗਾਹ ਬਾਜਾਂ ਵਾਲੇ ਗੁਰੂ ਕਲਗੀਧਰ ਤੇ ਪਈ ਸੀ ਕਿ ਉਹਨਾਂ ਤੋਂ ਬਿਨਾਂ ਮੈਨੂੰ ਕੋਈ ਸ਼ਰਨ 'ਚ ਨਹੀਂ ਰੱਖ ਸਕਦਾ। ਸਤਿ ਸ੍ਰੀ ਅਕਾਲ। ਨਾਮ ਹੈ ਸ਼ਰਨ ਸੂਰ, ਮੇਰੇ ਸਾਹਿਬ ਦਾ ਨਾਮ ਹੈ ਸ਼ਰਨ ਦੇ ਸੂਰੇ। ਪਾਵਨ ਪਤਿਤ ਰੂਰ। ਔਰ ਪਾਵਨ ਤੇ ਪਵਿੱਤਰ ਤੇ ਸੁੰਦਰ ਹਨ। ਰਾਖ ਹੈ ਜਰੂਰ ਲਾਜ ਆਪਣੇ ਬਿਰਦ ਕੀ। ਆਪਣੇ ਬਿਰਦ ਦੀ ਲਾਜ ਸਤਿਗੁਰੂ ਜੀ ਜ਼ਰੂਰ ਰੱਖਣਗੇ, ਮੈਨੂੰ ਇਹ ਭਰੋਸਾ ਹੈ। ਕਬਿਤ ਬੰਦਨਾ ਕੋ ਲੇਤ ਹੀ ਅਬੰਧਤਾ ਕੋ ਦੇਤ ਜਨ। ਕਹਿੰਦੇ ਜਦੋਂ ਗੁਰੂ ਸਾਹਿਬ ਨੂੰ ਬੰਦਨਾ ਕਰੀਏ ਤੇ ਸਤਿਗੁਰਾਂ ਨੂੰ ਬੰਦਨਾ ਕਰਕੇ ਬੰਧਨ ਮੁਕਤ ਹੋ ਜਾਈਦਾ, ਬੰਦਨਾ ਕਰਕੇ ਬੰਧਨ ਮੁਕਤ ਹੋ ਜਾਈਦਾ। ਪ੍ਰੀਤ ਲੇਤ ਦੇਤ ਹੈ ਪ੍ਰਤੀਤ ਸੁਖ ਸੇਤ ਹੈ। ਸਤਿਗੁਰੂ ਜੀ ਸਿੱਖ ਕੋਲੋਂ ਕੀ ਲੈਂਦੇ ਆ? ਪ੍ਰੀਤ। ਤੇ ਪ੍ਰੀਤ ਦੇ ਬਦਲੇ ਕੀ ਦਿੰਦੇ ਆ? ਪ੍ਰਤੀਤ। ਪ੍ਰਤੀਤ ਕਹਿੰਦੇ ਨੇ ਭਰੋਸੇ ਨੂੰ। ਹਾਂਜੀ। ਪਾਓ ਔਰ ਲੇਤ ਹੀ ਪ੍ਰਭਾਓ ਵੱਡੋ ਦੇਤ ਆਪ। ਸਿੱਖ ਕੋਲੋਂ ਪ੍ਰੇਮ ਲੈਂਦੇ ਆ ਔਰ ਬਦਲੇ 'ਚ ਆਪਣੇ ਸਿੱਖ ਦਾ ਪ੍ਰਤਾਪ ਸਾਰੇ ਜਗਤ 'ਚ ਵਧਾ ਦਿੰਦੇ ਆ। ਇਹੋ ਜੀ ਵਡਿਆਈ ਹੈ ਸਤਿਗੁਰਾਂ ਦੀ। ਨਿਰਗੁਣ ਪਦ ਦੇਤ ਗੁਣ ਦੇਖ ਲੇਤ ਹੈ। ਨਿਰਗੁਣ ਪਦਵੀ ਵੇਖ ਕੇ ਆਪਣੇ ਸਿੱਖ ਨੂੰ ਗੁਣ ਬਖਸ਼ ਦਿੰਦੇ ਹਨ। ਥੋੜੀ ਜੈਸੀ ਭੇਟ ਲੇਤ ਜਮ ਕੀ ਅਭੇਟ ਦੇਤ। ਕਹਿੰਦੇ ਥੋੜੀ ਜਿੰਨੀ ਭੇਟਾ ਲੈਂਦੇ ਸਤਿਗੁਰੂ ਕਿਹੜੀ ਪ੍ਰੇਮ ਦੀ, ਤੇ ਬਦਲੇ 'ਚ ਦਿੰਦੇ ਕੀ ਆ? ਜੰਮਾਂ ਨੂੰ ਨਹੀਂ ਮਿਲਣ ਦਿੰਦੇ, ਜੰਮਾਂ ਤੋਂ ਮੁਕਤ ਕਰ ਦਿੰਦੇ ਨੇ ਆਪਣਿਆਂ ਸੇਵਕਾਂ ਨੂੰ। ਸਤਿਗੁਰ ਨਾਨਕ ਜੀ ਕਰੁਣਾ ਨਿਕੇਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਰੁਣਾ ਦੇ ਘਰ ਹਨ। ਅੰਤਾ ਲੇਤ ਦਾਸਨ ਕੀ ਅਹੰ ਬ੍ਰਹਮ ਦੇਤ ਉਰ। ਸਿੱਖਾਂ ਦਾ ਹੰਕਾਰ ਖੋ ਕੇ ਬਦਲੇ 'ਚ ਸਿੱਖਾਂ ਨੂੰ ਅਹੰਗ ਬ੍ਰਹਮ ਦਾ ਗਿਆਨ ਬਖਸ਼ਦੇ ਹਨ। ਮਨ ਲੇਤ ਚਰਨ ਮੈਂ ਮੁਕਤ ਕੋ ਦੇਤ ਹੈ। ਸਿੱਖ ਦਾ ਮਨ ਲੈ ਕੇ ਆਪਣੇ ਚਰਨਾਂ ਵਿੱਚ ਬਦਲੇ ਵਿੱਚ ਸਿੱਖ ਨੂੰ ਮੁਕਤੀ ਦਾ ਦਾਨ ਦੇ ਕੇ ਨਿਵਾਜਦੇ ਹਨ। ਇੱਥੇ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਸਮਾਪਤ ਹੋਈ ਹੈ। ਸਮੂਹ ਸੰਗਤਾਂ ਨੂੰ ਵਧਾਈਆਂ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਸ੍ਰੀ ਗੁਰੂ ਨਾਨਕ ਜੋ ਸੱਚਖੰਡ ਗਮਨ ਪ੍ਰਸੰਗ ਵਰਣਨ ਨਾਮ ਸਪਤਮ ਪੰਚਮੋ ਅਧਿਆਏ ਸਮਾਪਤ ਮਸਤ ਸੁਭ ਮਸਤ। ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਤੇ ਸੁਣਿਆ ਗੁਰੂ ਨਾਨਕ ਸਾਹਿਬ ਜੀ ਥਾਏ ਪਾਵਨ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ,
ਗੁਰੂ ਕੀ ਸਾਜੀ ਨਿਵਾਜੀ ਸੰਗਤ ਔਰ ਸਤਿਗੁਰੂ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ। ਸਮੂਹ ਗੁਰੂ ਕੀਆਂ ਸੰਗਤਾਂ ਨੂੰ ਜੀਓ ਆਇਆ ਹੈ। ਦੂਰੋਂ ਦਰੇਡਿਓਂ ਬੇਅੰਤ ਸੰਗਤਾਂ ਆਈਆਂ ਹਨ। ਰੋਮ ਰੋਮ ਕਰਕੇ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਹੈ। ਸਭ ਦੇ ਚਰਨਾਂ ਤੇ ਨਮਾਮ ਤੇ ਨਮਸਕਾਰ ਹੈ। ਅੱਜ ਦੇ ਇਸ ਸਮਾਗਮ ਵਿੱਚ ਜਿੱਥੇ ਸਿੰਘ ਸਾਹਿਬ ਗਿਆਨੀ ਪ੍ਰਨਾਮ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਉਹ ਹਾਜ਼ਰੀਆਂ ਭਰ ਰਹੇ ਹਨ। ਇਸੇ ਤਰ੍ਹਾਂ ਸਾਬਕਾ ਹੈਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਸੁਖਦੇਵ ਸਿੰਘ ਜੀ ਉਹ ਹਾਜ਼ਰੀਆਂ ਭਰ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਜੀ ਵਡੂੰਗਰ ਸਾਹਿਬ ਹਾਜ਼ਰੀਆਂ ਭਰ ਰਹੇ ਹਨ। ਸਿੰਘ ਸਾਹਿਬ ਜਥੇਦਾਰ ਸਤਵਿੰਦਰ ਸਿੰਘ ਜੀ ਟੌੜਾ ਸਾਹਿਬ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਹਨ। ਸਾਰੀਆਂ ਸੰਗਤਾਂ ਨੂੰ ਜੀਓ ਆਇਆ ਹੈ। ਗਿਆਨੀ ਅਵਤਾਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਤੋਂ, ਇਸੇ ਤਰ੍ਹਾਂ ਸੰਤ ਬਾਬਾ ਹਰਚਰਨ ਸਿੰਘ ਜੀ ਨਾਨਕਸਰ ਕੁਟੀਆ ਵਾਲੇ ਮਹਾਂਪੁਰਸ਼ ਬਹੁਤ ਪ੍ਰੇਮ ਬਖਸ਼ਦੇ ਹੈ, ਉਹ ਵੀ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਨੇ। ਸਾਰੀਆਂ ਸੰਗਤਾਂ ਨੂੰ ਜਿਤਨੀਆਂ ਵੀ ਪਤਵੰਤੇ ਸੱਜਣ ਆਏ ਨੇ ਸਭ ਨੂੰ ਜੀਓ ਆਇਆ ਹੈ ਔਰ ਸਭ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਅਰਦਾਸ ਕਰਿਓ ਜੇ ਦਾਸ ਦੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਜਿੰਨੇ ਕੁ ਸਤਿਗੁਰਾਂ ਨੇ ਸਵਾਸ ਬਖਸ਼ੇ ਹਨ ਆਪਣੇ ਚਰਨਾਂ ਕਮਲਾਂ ਦੇ ਪੰਥ ਪ੍ਰਚਾਰ ਦੀ ਸੇਵਾ ਗੁਰੂ ਪਾਤਸ਼ਾਹ ਜੀ ਲੈਂਦੇ ਰਹਿਣ। ਸ਼੍ਰੋਮਣੀ ਪੰਥ ਅਕਾਲੀ ਤਰਨਾ ਤਰਨੇ ਦਲ ਤੋਂ ਮਹਾਂਪੁਰਸ਼ ਹੈਡ ਗ੍ਰੰਥੀ ਤਰਨੇ ਦਲ ਦੇ ਬਾਬਾ ਬਕਾਲਾ ਸਾਹਿਬ ਤੋਂ ਮਹੰਤ ਤਰਲੋਚਨ ਸਿੰਘ ਜੀ ਉਹ ਵੀ ਸੰਗਤ ਵਿੱਚ ਹਾਜ਼ਰੀਆਂ ਭਰ ਰਹੇ ਹਨ। ਸਤਿ ਸ੍ਰੀ ਅਕਾਲ। ਗੁਰਮੁਖ ਪਿਆਰੇ ਲੋਹਗੜ੍ਹ ਤੋਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਥੇ ਆਪਣੇ ਜੀਵਨ ਦਾ ਪਹਿਲਾ ਜੰਗ ਲੜਿਆ ਸੀ ਲੋਹਗੜ੍ਹ ਸਾਹਿਬ ਤੋਂ, ਉਹ ਗੁਰਮੁਖ ਪਿਆਰੇ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ, ਉਹਨਾਂ ਨੂੰ ਵੀ ਜੀਓ ਆਇਆ। ਜਿੰਨੀਆਂ ਵੀ ਸੰਗਤਾਂ ਆਈਆਂ, ਗਿਆਨੀ ਫੂਲਾ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਮੋਤੀ ਬਾਗ ਸਾਹਿਬ ਉਹ ਵੀ ਹਾਜ਼ਰੀਆਂ ਭਰ ਰਹੇ ਨੇ। ਸਾਰੀਆਂ ਸੰਗਤਾਂ ਨੂੰ ਸਾਰਿਆਂ ਗੁਰਮੁਖਾਂ ਨੂੰ ਜੀਓ ਆਇਆ ਹੈ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ, ਪੰਥ ਮਹਾਰਾਜ ਕੇ। ਗੁਰਮੁਖ ਪਿਆਰੇ ਸੇਵਾਵਾਂ ਨਿਭਾ ਰਹੇ ਨੇ ਲੰਗਰਾਂ ਦੀਆਂ। ਭਾਈ ਲਖਵਿੰਦਰ ਸਿੰਘ ਜੀ ਸਨੌਰ ਤੋਂ ਜਦੋਂ ਵੀ ਕਥਾ ਦੀ ਸਮਾਪਤੀ ਹੁੰਦੀ ਹੈ ਉਹ ਸੰਗਤ ਵਾਸਤੇ ਪਲਾਓ ਤੇ ਜਲੇਬੀਆਂ ਦਾ ਲੰਗਰ ਉਚੇਚਾ ਲਾਉਂਦੇ ਹੈ। ਇਸ ਵਾਰ ਮਾਨਸਾ ਨਗਰ ਤੋਂ ਗੁਰਮੁਖ ਪਿਆਰੇ ਆਏ, ਉਹਨਾਂ ਨੇ ਫਲਾਂ ਦਾ ਲੰਗਰ ਲਾਇਆ ਹੋਇਆ। ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸਵਿੰਦਰ ਸਿੰਘ ਜੀ ਸਬਰਵਾਲ ਜਿਨ੍ਹਾਂ ਨੇ ਜੀਵਨ ਦੇ ਤਕਰੀਬਨ 50 ਸਾਲ ਤੋਂ ਵੱਧ ਸਮਾਂ ਕਥਾ ਦੇ ਨਾਲ ਪੋਥੀ ਪੜ੍ਹਾਉਣ ਦੀ ਸੇਵਾ ਕੀਤੀ ਹੈ। ਹੁਣ ਨਾਲ ਉਹਨਾਂ ਦੇ ਸੁਪੁੱਤਰ ਨੇ ਭਾਈ ਮਨਜੀਤ ਸਿੰਘ ਜੀ, ਇਹ ਕਥਾ ਪੜ੍ਹਾਉਣ ਦੀ ਸੇਵਾ ਕਰ ਰਹੇ ਨੇ। ਗੁਰੂ ਸਾਹਿਬ ਨੇ ਅੱਗੇ ਬੂਟੇ ਲਾ ਦਿੱਤੇ ਹੈ। ਇਹ ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ ਹੈ। ਸਤਿਗੁਰਾਂ ਦੇ ਦਰਾਂ ਘਰਾਂ ਦੀਆਂ ਸੇਵਾਵਾਂ ਇਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ ਹਨ। ਸਾਰਿਆਂ ਦਾ ਧੰਨਵਾਦ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਲੰਗਰਾਂ ਵਿੱਚ ਸੇਵਾਵਾਂ ਨਿਭਾਈਆਂ, ਲੰਗਰ ਵਰਤ ਰਹੇ ਨੇ, ਲੱਡੂਆਂ ਦਾ ਹੋਰ ਫਲਾਂ ਦਾ ਬੇਅੰਤ ਲੰਗਰ ਵਰਤ ਰਹੇ ਨੇ। ਸਾਰਿਆਂ ਦਾ ਧੰਨਵਾਦ ਹੈ। ਰੋਮ ਰੋਮ ਕਰਕੇ ਸਭ ਦਾ ਧੰਨਵਾਦ ਹੈ। ਆਓ ਸਮਾਪਤੀ ਦਾ ਮੰਗਲ ਪੜ੍ਹ ਕੇ ਸਮਾਪਤੀ ਕਰੀਏ ਜੀ। ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਬੇਤ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤ ਕੈ ਸਦਾ ਸੰਗ, ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਈ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨਿਆਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨਿਆਰ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੈ ਕੱਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਅਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਆ ਭਰਪੂਰੇ। ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂ ਠਾਕੁਰ ਤੁਮ ਪਹਿ ਅਰਦਾਸ ਜਿਆ ਪਿੰਡ ਸਭ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੇ ਕਿਰਪਾ ਮੈਂ ਕੋਇ ਨ ਜਾਣੈ। ਤੁਮਰਾ ਅੰਤ ਉਚਤ ਊਚ। ਸਗਲ ਸਮਗਰੀ ਤੁਮਰਾ ਸੂਤਰ ਤਾਰੇ। ਤੁਮ ਤੇ ਹੋਏ ਸੋ ਤੁਮਰੇ ਗਤ ਮਿਤ ਤੁਮਹਿ ਜਾਣੇ। ਨਾਨਕ ਦਾਸ ਬਾਲਾ ਜੀ ਵਾਹਿਗੁਰੂ। ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ।
अर्जुन हर गोबिंद नाम सिमराओ श्री हर राय श्री हर कृष्ण ਧਿਆਈਐ जिस डिठ सब दुख जाए तेग बहादुर सिमरिया घर नाउ निध आवे ताए सब थाई होए सहाय। 10वें पातशाह श्री गुरु गोबिंद सिंह साहिब जी सब थाई होए सहाय। 10 पातशाहियां दे जोत श्री गुरु ग्रंथ साहिब जी दे पाठ दीदार दा ध्यान करके बोलो जी। पंजां प्यारिया चाहां साहिब जादिया चालिया मुक्तिया हठिया जपिया तपिया जिन्ना नाम जपिया वंड छकिया देग चलाई तेग वाही देख के अनडिठ किता तिना प्यारिया सचियारियां दी कमाई दा ध्यान धर के खालसा जी बोलो जी। जिन्ना ਸਿੰਘਾਂ ਸਿੰਘਣੀਆਂ ने धर्म हेत शेष ਦਿੱਤਾ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ ਕੇਸਾਂ ਸੁਆਸਾਂ ਸੰਗ ਨੇ ਭਾਈ ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। पंजां तख्तां सरबत गुरुद्वारियों जी का ध्यान धर के बोलो जी। प्रथम सरबत खालसा जी की अरदास है जी। सरबत खालसा जी को वाहेगुरु 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 चित आवे चित आवन का सदका सर्ब सुख होवे। जहाँ जहाँ खालसा जी साहिब तहाँ तहाँ रक्षे आरे आए देग तेग फतेह बिरद की पैज पंथ के जे श्री साहिब जी सहाय गुरु खालसा जी के बोल बाले बोलो जी। सिखां नूं सिखी दान केस दान रहत दान विवेक दान विसाह दान भरोसा दान दाना सिर दान नाम दान श्री अमृतसर साहिब जी के दर्शन इशनान चौकियां झंडे बुंगे जुगो जुगा टल धर्म का जयकार बोलो जी। सिखां दा मन नीवा मत उच्चे मत पत दा रख आप वाहेगुरु हे अकाल पुरख अपने पंथ दे सदा सहाई दातार जीओ। श्री ननकानंद साहिब ते होर गुरुद्वारियां गुरधामां जिन्हां तो पंथ नूं विछोड़िया गया है खुले दर्शन दीदार ते सेवा संभाल दा दान खालसा जी नूं बख्श। हे निमाणियां दे मान ने ताणियां दे तान नेवटियां दी ओट सतगुर सच्चे पातशाह जी अकाल पुरख दा तार पिता वाहिगुरु जी आप जी दे हजूर अरदास बेनती है जी। सब ते उत्तम हर की कथा सतगुरु जी आप जी दी बख्शिश रहमत दा सदका धन धन श्री गुरु तेग बहादुर साहब पातशाह जी आप जी दे पावन पवित्र स्थान गुरुद्वारा श्री दुख निवारण साहिब विखे धन धन श्री गुरु ग्रंथ साहिब पातशाह जी आप जी दी पावन पवित्र हजूरी अंदर सतगुरु पातशाह जगत गुरु धन गुरु नानक साहिब पातशाह जी दे जीवन दी कथा श्री गुरु नानक प्रकाश ग्रंथ दे पातशाह जी संपूर्णता नूं मुख रखदियां विशेष दीवान सजाए गए। सतगुरु जी सजे दीवाना अंदर अमृतमय बाणी दे शब्द कीर्तन गायन होए
ਚੱਲ ਰਹੀ ਲੜੀਵਾਰ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਪਾਤਸ਼ਾਹ ਜੀਓ ਕਥਾ ਦੀ ਸੰਪੂਰਨਤਾਏ ਹੋਏ ਸਤਿਗੁਰ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਪਿਛਲੇ ਤਕਰੀਬਨ 11 ਮਾਹ ਤੋਂ ਪਾਤਸ਼ਾਹ ਜੀ ਕਥਾ ਆਰੰਭ ਹੋਏ ਆਪ ਜੀ ਦਾ ਤਰਸ ਆਪ ਜੀ ਦੀ ਰਹਿਮਤ ਸਦਕਾ ਪਾਤਸ਼ਾਹ ਜੀ ਉਹ ਸੰਪੂਰਨ ਹੋਏ ਹੈ ਪਾਤਸ਼ਾਹ ਜੀ ਆਪ ਜੀ ਦੇ ਸੇਵਕਾਂ ਪਾਸੋਂ ਪਾਠੀ ਸਿੰਘਾਂ ਪਾਸੋਂ ਪਾਤਸ਼ਾਹ ਜੀ ਪਾਤਸ਼ਾਹ ਉਚਾਰਨ ਕਰਦੇ ਆ ਪਾਠ ਕਰਦੇ ਆ ਗਿਆਨੀ ਸਿੰਘਾਂ ਪਾਸੋਂ ਪਾਤਸ਼ਾਹ ਜੀ ਉਹ ਪਾਵਨ ਪਾਠ ਦੇ ਕਥਾ ਦੀ ਵਿਚਾਰ ਕਰਦੇ ਆ ਸਮੁੱਚੀ ਸੇਵਾ ਨਿਭਾਉਂਦੇ ਆ ਹੋਈਆਂ ਬੇਅੰਤ ਭੁੱਲਾਂ ਦੇ ਖਿਮਾ ਕਰਨੇ ਅੱਗੇ ਤੋਂ ਆਪ ਜੀ ਰਹਿਮਤ ਤਰਸ ਕਰਦੇ ਆ ਪਾਤਸ਼ਾਹ ਜੀਓ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦਾ ਪਾਠ ਕਰਨ ਦਾ ਸਮੁੱਚੀ ਸੇਵਾ ਨਿਭਾਉਣ ਦਾ ਬਲ ਬੋਧ ਸੁਮਤ ਪ੍ਰਦਾਨ ਕਰਨੇ ਪਾਤਸ਼ਾਹ ਹੋਈਆਂ ਵਿਚਾਰਾਂ ਦਾ ਭਾਵ ਸਮੂਹ ਆਈਆਂ ਸੰਗਤਾਂ ਸੁਣਨ ਵਾਲੀਆਂ ਹਾਜ਼ਰੀਆਂ ਭਰਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਰਹਿਮਤ ਕਰਨੇ ਪਾਤਸ਼ਾਹ ਜੀਓ ਇਸੇ ਤਰ੍ਹਾਂ ਕਿਰਪਾ ਰਹਿਮਤ ਕਰਦੇ ਆ ਆਪਣੇ ਸੇਵਕਾਂ ਪਾਸੋਂ ਪਾਤਸ਼ਾਹ ਜੀਓ ਆਪ ਜੀ ਨੇ ਚੜ੍ਹਦੀ ਕਲਾ ਦੇ ਤਾਰਿਆਂ ਦੇ ਵਿੱਚ ਸੇਵਾਵਾਂ ਕਰਵਾਉਣੀਆਂ ਸਰੀਰਕ ਤੰਦਰੁਸਤੀ ਬਖਸ਼ਦਿਆਂ ਇਹ ਸੇਵਾਵਾਂ ਲੈਣੀਆਂ ਪਾਤਸ਼ਾਹ ਜੀਓ ਬਿਆੰਤ ਸੰਗਤਾਂ ਅੱਜ ਕਥਾ ਦੀ ਸੰਪੂਰਨਤਾਈ ਦੇ ਸਮੇਂ ਸਜੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਰਹੀਆਂ ਹਨ ਜਥਾ ਸ਼ਕਤ ਭੇਟਾਵਾਂ ਅਰਪਣ ਕਰ ਰਹੀਆਂ ਹਨ ਸਰਬੱਤ ਦੀਆਂ ਹਾਜ਼ਰੀਆਂ ਭੇਟਾਵਾਂ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਦਿਆਂ ਸਰਬੱਤ ਨੂੰ ਦਰੋਂ ਘਰੋਂ ਸਿੱਖੇ ਸਦਾ ਕਾ ਭਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਮੇਲ ਇਤਫਾਕ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੇ ਖਾਲਸਾ ਪੰਥ ਅੰਦਰ ਸदैव ਕਾਲ ਪੂਰਨ ਇਤਫਾਕ ਪ੍ਰੇਮ ਬਖਸ਼ਣਾ ਖਾਲਸਾ ਪੰਥ ਦੇ ਸਦਾ ਚੜ੍ਹਦੀ ਕਲਾ ਕਰਨੇ ਹਰ ਪ੍ਰਕਾਰ ਸਹਾਇਤਾ ਕਰਨੇ ਪਾਤਸ਼ਾਹ ਜੀ ਅਰਦਾਸ ਬੇਨਤੀ ਆ ਦਾਤਾਰ ਪਾਤਸ਼ਾਹ ਜੀ ਆ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਥਾ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਪੈਰਿਆਂ ਵਿੱਚ ਸੇਵਾ ਲੈਣੀ ਪਾਤਸ਼ਾਹ ਜੀ ਆਓ ਸਤਿਗੁਰੂ ਜੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਾਜ ਕੇ ਹਾਜ਼ਰ ਹੈ ਜੀ ਆਪ ਜੀ ਦੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਮੁਖ ਵਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੇ ਸਿੱਖ ਪੜ੍ਹਦੇ ਸੁਣਨੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈਆ ਕਾਲ ਰੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋ ਸਭ ਮਿਲਾਂਗੇ ਬੋਲੋ ਸੋ ਨਿਹਾਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਸੰਤ ਸੰਗਤ ਰਾਮ ਹਿਰਦੈ ਬਸਾਈ ਰਹਾਉ। ਹਨੂਮਾਨ ਸਰ ਗਰੁੜ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ। ਚਾਰ ਵੇਦ ਅਰ ਸਿਮਰਤ ਪੁਰਾਨਾ, ਕਮਲਾ ਪਤ ਕਮਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਮੈ ਨਾਹੀ, ਪਗ ਲਗ ਰਾਮ ਰਹੈ ਸਰਨਾਹੀ। ਹਮੈ ਦ੍ਰਿਸ਼ਟ ਸੁਭ ਕਰੈ ਹਰੈ, ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਮਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਦ ਦਰਿਆਓ, ਜਨਮ ਹਮ ਕਾਲਖ ਧੋਵੈ। ਸੁਖਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਪਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਦੀ, ਨੂਰ ਅਰਸ਼ੋਂ ਕੁਰਸ਼ੋਂ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮਿਟੇ। ਦਇਆਲ ਪੁਰਖ ਬਖਸ਼ੰਦ ਰਹਾਉ। ਜੋ ਮੰਗਹਿ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਜੋ
ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਤੇਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਥ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਅਤੇ ਦੋਹਰਾ। ਤੀਨੋਂ ਕਾਲ ਸੋ ਅਚਲ ਰਹਿ ਅਲੰਬ ਸਕਲ ਜਗ ਜਾਲ। ਜਾਲ ਕਾਲ ਲਖ ਮੁਚਿਤ ਜਿਸ ਕਰਤਾ ਪੁਰਖ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਆਰੰਭਤਾ ਮਹਾਰਾਜ ਜੀ ਦੀ ਦਇਆ ਮਾਇਆ ਨਾਲ ਹੋਈ ਹੈ। ਕੈਂਥਲ ਦੀ ਧਰਤੀ ਤੇ ਮਹਾਕਵੀ ਕਵਿਰਾਜ ਭਾਈ ਸੰਤੋਖ ਸਿੰਘ ਜੀ ਨੇ ਇਸ ਗ੍ਰੰਥ ਨੂੰ ਲਿਖਿਆ ਹੈ। ਕੇਵਲ 1-2 ਮਿੰਟਾਂ ਵਾਸਤੇ ਹੀ ਮਰਿਆਦਾ ਹੈ ਕਿ ਆਰੰਭਤਾ ਦੀ ਅਰਦਾਸ ਹੋਈ ਹੈ ਕਿ ਕਥਾ ਆਰੰਭ ਕੀਤੀ ਜਾਵੇ ਇਸ ਪਵਿੱਤਰ ਗ੍ਰੰਥ ਦੀ। ਤਕਰੀਬਨ 3 ਤੋਂ 4 ਸਾਲ ਦਾ ਲਗਾਤਾਰ ਸਮਾਂ ਲੱਗਦਾ ਹੈ, ਫਿਰ ਇਹ ਗ੍ਰੰਥ ਦੀ ਕਥਾ ਸੰਪੂਰਨ ਹੁੰਦੀ ਹੈ। ਗੁਰੂ ਅੱਗੇ ਅਰਦਾਸ ਬੇਨਤੀ ਕਰੀਏ, ਮਹਾਰਾਜ ਸਾਨੂੰ ਬਲ ਬਖਸ਼ਣ। ਮਹਾਕਵੀ ਜੀ ਮੰਗਲਾਚਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲ ਮਰਿਆਦਾ ਹੈ। ਆਸਤਕ ਬੰਦੇ ਜਿਹੜੇ ਰੱਬ ਦੀ ਹੋਂਦ ਨੂੰ ਮੰਨਦੇ ਐ, ਉਹ ਜਦੋਂ ਵੀ ਕੋਈ ਪੁਸਤਕ ਲਿਖਦੇ ਨੇ, ਕੋਈ ਗ੍ਰੰਥ ਲਿਖਦੇ ਨੇ, ਪਹਿਲਾਂ ਆਪਣੇ ਇਸ਼ਟ ਦੇਵ ਦਾ ਮੰਗਲ ਲਿਖਦੇ ਹਨ। ਤੋ ਇਸ ਕਰਕੇ ਪੁਰਾਤਨ ਸਮੇਂ ਤੋਂ ਜਿੰਨਾ ਸਿੱਖ ਸਾਹਿਤ ਮਿਲਦਾ ਹੈ, ਉਸ ਸਾਰੇ ਸਿੱਖ ਸਾਹਿਤ ਦੇ ਵਿੱਚ ਜਿੱਥੋਂ ਵੀ ਕਿਸੇ ਮਹਾਂਪੁਰਸ਼ ਨੇ, ਕਿਸੇ ਵਿਦਵਾਨ ਨੇ ਕੋਈ ਗ੍ਰੰਥ ਲਿਖਿਆ, ਉਹਦੇ ਪ੍ਰਾਰੰਭ ਦੇ ਵਿੱਚ ਆਪਣੇ ਇਸ਼ਟ ਦਾ ਮੰਗਲ ਕੀਤਾ ਹੈ। ਮਹਾਕਵੀ ਜੀ ਆਪਣੇ ਇਸ਼ਟ ਅਕਾਲ ਪੁਰਖ ਜੀ ਦਾ ਮੰਗਲ ਕਰਦੇ ਹਨ। ਇੱਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਤਿਗੁਰਾਂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ।
ਅਥ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਪ੍ਰਥਮ ਰਾਸ ਲਿਖਿਅਤੇ। ਇਹ ਗ੍ਰੰਥ 12 ਰਾਸਾਂ 6 ਰੁੱਤਾਂ ਤੇ 2 ਐਨਾਂ ਵਿੱਚ ਲਿਖਿਆ ਗਿਆ ਹੈ। ਪਹਿਲੀ ਰਾਸ ਪ੍ਰਾਰੰਭ ਹੋ ਰਹੀ ਹੈ। ਦੋਹਰਾ ਅਕਾਲ ਪੁਰਖ ਦਾ ਮੰਗਲ ਕਰਦੇ ਨੇ ਸਾਧ ਸੰਗਤ ਜੀ ਦੋਹਰਾ ਉਚਾਰਨ ਕਰਕੇ। ਤੀਨੋ ਕਾਲ ਸੋ ਅਚਲ ਰਹਿ ਅਲੰਬ ਸਕਲ ਜਗ ਜਾਲ। ਇਸ ਸੰਸਾਰ ਵਿੱਚ ਅਸੀਂ ਜੋ ਪਹਿਲਾਂ ਵੇਖਿਆ ਸੀ ਉਹ ਹੁਣ ਨਹੀਂ ਹੈ, ਜੋ ਹੁਣ ਵੇਖ ਰਹੇ ਹਾਂ ਅੱਗੇ ਨਹੀਂ ਰਹਿਣਾ, ਕਿਉਂਕਿ ਤਿੰਨਾਂ ਕਾਲਾਂ 'ਚ ਕੁਝ ਵੀ ਸੱਤ ਨਹੀਂ। ਪਰ ਇੱਕ ਅਕਾਲ ਪੁਰਖ ਹੈ ਜਿਹੜਾ ਤਿੰਨਾਂ ਕਾਲਾਂ 'ਚ ਚੱਲ ਹੈ, ਉਹ ਜਿਹੋ ਜਿਹਾ ਪਹਿਲਾਂ ਸੀ ਹੁਣ ਵੀ ਉਹੋ ਜਿਹਾ ਤੇ ਅੱਗੇ ਨੂੰ ਵੀ ਉਹੋ ਜਿਹਾ ਹੀ ਰਹਿਣਾ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹਨੂੰ ਮੇਰੀ ਨਮਸਕਾਰ ਹੈ। ਅਲੰਬ ਸਕਲ ਜਗ ਜਾਲ। ਇਸ ਸਾਰੇ ਜਗਤ ਦਾ ਅਲੰਬ ਆਸਰਾ ਹੈ, ਜਿੰਨਾ ਵੀ ਸੰਸਾਰ ਹੈ ਇਹਦਾ ਆਸਰਾ ਅਕਾਲ ਪੁਰਖ ਹੈ। ਜਾਲ ਕਾਲ ਲਖ ਮੁਚਿਤ ਜਿਸ ਕਰਤਾ ਪੁਰਖ ਅਕਾਲ। ਜਿਹੜੇ ਉਸ ਅਕਾਲ ਪੁਰਖ ਕਰਤੇ ਨੂੰ ਜਾਣ ਲੈਂਦੇ ਨੇ ਉਹਨਾਂ ਦੇ ਸਾਰੇ ਕਾਲ ਜਾਲ ਦੇ ਜਿਹੜੇ ਫਾਹੇ ਨੇ ਉਹ ਮੁਚਿਤ ਕਹੀਏ ਉਹਨਾਂ ਤੋਂ ਮੁਕਤ ਹੋ ਜਾਂਦੇ ਹਨ। ਇਹ ਮੰਗਲ ਕਰਕੇ ਅਕਾਲ ਪੁਰਖ ਜੀ ਦਾ ਇੱਥੇ ਕਥਾ ਆਰੰਭ ਹੋਈ। ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਆਰੰਭਤਾ ਦੀ ਵਧਾਈ ਹੋਵੇ। ਅੱਜ ਦੇ ਸਮਾਗਮ ਵਿੱਚ ਬੇਅੰਤ ਮਹਾਂਪੁਰਸ਼ ਗਿਆਨੀ ਸਿੰਘ ਹਾਜ਼ਰੀਆਂ ਭਰ ਰਹੇ ਹਨ। ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਗਿਆਨੀ ਹਰਵਿੰਦਰ ਸਿੰਘ ਜੀ ਹਾਜ਼ਰੀ ਭਰ ਰਹੇ ਹਨ। ਇਸੇ ਤਰ੍ਹਾਂ ਇਸ ਸਥਾਨ ਤੇ ਮੁੱਖ ਸੇਵਾਦਾਰ ਦੇ ਰੂਪ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੇ ਮੈਨੇਜਰ ਸਾਹਿਬ ਸਰਦਾਰ ਜਰਨੈਲ ਸਿੰਘ ਜੀ, ਐਡੀਸ਼ਨਲ ਮੈਨੇਜਰ ਸਰਦਾਰ ਕਰਨੈਲ ਸਿੰਘ ਜੀ ਔਰ ਸਰਦਾਰ ਗੁਰਮੀਤ ਸਿੰਘ ਜੀ, ਔਰ ਇਸ ਸਥਾਨ ਤੇ ਸੇਵਾ ਨਿਭਾਉਣ ਵਾਲੇ ਸਮੂਹ ਸਟਾਫ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਓ ਆਇਆ ਹੈ। ਸਭ ਦੇ ਚਰਨਾਂ ਤੇ ਪ੍ਰਣਾਮ ਨਮਸਕਾਰ ਹੈ। ਸਭ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਪ੍ਰਨਾਮ ਸਿੰਘ ਜੀ ਆਈ ਹੋਈ ਸੰਗਤ ਦਾ ਧੰਨਵਾਦ ਕਰਨਗੇ। ਆਪ ਜੀ ਉਹਨਾਂ ਪਾਸੋਂ ਵਿਚਾਰਾਂ ਸਰਵਣ ਕਰੋ। ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੋਖ ਨਿਵਾਰਨ ਸਾਹਿਬ ਵਿਖੇ ਚਾਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪੂਰਨਤਾ ਤੇ ਵਿਸ਼ੇਸ਼ ਸਜੇ ਦੀਵਾਨਾਂ ਅੰਦਰ ਜੁੜ ਬੈਠੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਮੁੱਚੀਆਂ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਦੋਖ ਨਿਵਾਰਨ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪੂਰਨਤਾ ਤੇ ਅਤੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਪ੍ਰਾਰੰਭ ਹੋਣ ਤੇ ਆਪ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਔਰ ਸਮੁੱਚੇ ਪ੍ਰਬੰਧ ਵੱਲੋਂ ਅਸੀਂ ਦੂਰੋਂ ਨੇੜਿਓਂ ਚੱਲ ਕੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੀਵਨ ਕਥਾ ਜੋ ਤਕਰੀਬਨ 11 ਮਹੀਨੇ ਪਹਿਲਾਂ ਆਰੰਭ ਹੋਈ, ਅੱਜ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪੂਰਨਤਾ ਹੋਈ ਹੈ ਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਪ੍ਰਾਰੰਭ ਹੋਈ ਹੈ। ਸਾਡੇ ਅਤੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ, ਜਿਨ੍ਹਾਂ ਦੇ ਪਾਸੋਂ ਆਪ ਬਹੁਤ ਸੰਗਤਾਂ ਬਹੁਤ ਹੀ ਪ੍ਰੇਮ ਦੇ ਸਹਿਤ ਤੇ ਕਥਾ ਸਰਵਣ ਕਰਦੇ ਹੋ, ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਹਾਜ਼ਰੀਆਂ ਭਰ ਕੇ ਦੂਰ ਦਰਾਜ ਵਾਲੀਆਂ ਸੰਗਤਾਂ ਟੀਵੀ ਮਾਧਿਅਮ ਰਾਹੀਂ ਘਰ ਦੇ ਅੰਦਰ ਬੈਠ ਕੇ ਇਸ ਕਥਾ ਦਾ ਆਨੰਦ ਮਾਣਦੀਆਂ ਹਨ। ਬਹੁਤ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਪੋਥੀ ਦੇ ਪਾਠ ਕਰਨ ਦੀ ਸੇਵਾ ਨਿਭਾਉਂਦੇ ਹਨ ਭਾਈ ਮਨਜੀਤ ਸਿੰਘ ਜੀ, ਜਿਨ੍ਹਾਂ ਦੇ ਪਿਤਾ ਦਸਵਿੰਦਰ ਸਿੰਘ ਜੀ ਸਭਰਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਬਹੁਤ ਲੰਬਾ ਸਮਾਜ ਸੇਵਾ ਨਿਭਾਈ
ਅੱਗੇ ਉਹਨਾਂ ਦੇ ਸੁਪੁੱਤਰ ਇਹ ਸੇਵਾ ਨਿਭਾ ਰਹੇ ਨੇ। ਇਹਨਾਂ ਨੂੰ ਵੀ ਲੱਖ ਲੱਖ ਵਧਾਈ। ਗੁਰੂ ਸਾਹਿਬ ਅੱਗੇ ਬੇਨਤੀ ਹੈ, ਅਰਦਾਸ ਹੈ ਕਿ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਗਿਆਨੀ ਜੀ ਅਤੇ ਪਾਠੀ ਸਿੰਘ ਦੇ ਸਿਰ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ ਤੇ ਚੜ੍ਹਦੀ ਕਲਾ ਦੇ ਪਹਿਰੇ ਵਿੱਚ ਆਪ ਇਹ ਸੇਵਾ ਕਰਵਾਉਣ। ਕਥਾ ਦੀ ਇਹ ਸੇਵਾ ਗੁਰੂ ਸਾਹਿਬ ਚੜ੍ਹਦੀ ਕਲਾ ਦੇ ਪਹਿਰੇ ਵਿੱਚ ਲੈਂਦੇ ਰਹਿਣ। ਜਿੱਥੇ ਆਪ ਸਮੁੱਚੀਆਂ ਸੰਗਤਾਂ ਦੂਰ ਦਰਾਜ ਦੇ ਇਲਾਕਿਆਂ ਤੋਂ ਚੱਲ ਕਰਕੇ ਪਹੁੰਚੇ ਹੋ, ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ, ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਉਚੇਚੇ ਤੌਰ ਤੇ ਆ ਸੰਗਤਾਂ ਦੇ ਵਿੱਚ ਹਾਜ਼ਰ ਹੋਏ ਨੇ। ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸਤਵਿੰਦਰ ਸਿੰਘ ਜੀ ਟੌੜਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਆਪਣੀ ਹਾਜ਼ਰੀ ਲਵਾ ਰਹੇ ਨੇ। ਸਰਦਾਰ ਸਵਿੰਦਰ ਸਿੰਘ ਜੀ ਸਭਰਵਾਲ ਸਾਹਿਬ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਆਪਣੀ ਹਾਜ਼ਰੀ ਲਵਾ ਰਹੇ ਨੇ। ਇਸ ਪਾਵਨ ਅਸਥਾਨ ਦੇ ਮੈਨੇਜਰ ਸਰਦਾਰ ਜਰਨੈਲ ਸਿੰਘ ਜੀ, ਐਡੀਸ਼ਨਲ ਮੈਨੇਜਰ ਸਰਦਾਰ ਕਰਨੈਲ ਸਿੰਘ ਜੀ, ਮੀਤ ਮੈਨੇਜਰ ਸਰਦਾਰ ਗੁਰਮੀਤ ਸਿੰਘ ਜੀ, ਸਮੁੱਚਾ ਸਟਾਫ, ਸਮੁੱਚੇ ਗ੍ਰੰਥੀ ਸਿੰਘ ਅਤੇ ਗਿਆਨੀ ਅਵਤਾਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਗਿਆਨੀ ਫੂਲਾ ਸਿੰਘ ਜੀ, ਗਿਆਨੀ ਹਰਵਿੰਦਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਮੋਤੀ ਬਗ ਸਾਹਿਬ, ਹੋਰ ਬਾਹਰੋਂ ਬਹੁਤ ਸਾਰੇ ਪਤਵੰਤੇ ਸੱਜਣ, ਸੰਤ ਬਾਬਾ ਹਰਚਰਨ ਸਿੰਘ ਜੀ ਨਾਨਕਸਰ ਕੁਟਿਆ ਵਾਲੇ, ਜਸਵੰਤ ਸਿੰਘ ਜੀ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਆਏ ਨੇ, ਹੋਰ ਬਹੁਤ ਸਾਰੇ ਵਿਦਵਾਨ ਜਨ ਸੰਤ ਮਹਾਂਪੁਰਸ਼ ਸੰਪਰਦਾਵਾਂ ਤੋਂ ਪਹੁੰਚੇ ਨੇ। ਸਾਰਿਆਂ ਦਾ ਹੀ ਪ੍ਰਬੰਧ ਵੱਲੋਂ ਅੱਜ ਦੇ ਇਸ ਵਿਸ਼ੇਸ਼ ਸਮਾਗਮ ਦੇ ਵਿੱਚ ਹਾਜ਼ਰ ਹੋਣ ਤੇ ਬਹੁਤ ਬਹੁਤ ਧੰਨਵਾਦ। ਜੀ ਆਇਆਂ ਨੂੰ ਸਮੂਹ ਸੰਗਤਾਂ ਨੂੰ ਇੱਕ ਵਾਰੀ ਫਿਰ ਅੱਜ ਦੀ ਇਸ ਕਥਾ ਦੀ ਸੰਪੂਰਨਤਾਈ ਤੇ ਅਤੇ ਆਰੰਭਤਾ ਹੋਣ ਤੇ ਲੱਖ ਲੱਖ ਵਧਾਈ ਹੋਵੇ। ਗਿਆਨੀ ਅਤਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਹੀਦਾਂ ਦੀ ਪਾਵਨ ਧਰਤੀ ਤੋਂ ਆਏ ਨੇ। ਗਿਆਨੀ ਭੁਪਿੰਦਰਪਾਲ ਸਿੰਘ ਜੀ, ਕਥਾ ਵਿੱਚ ਗੁਰਦੁਆਰਾ ਖੇਲ ਸਾਹਿਬ ਆਪਣੀ ਹਾਜ਼ਰੀ ਲਵਾ ਰਹੇ ਨੇ। ਸੋ ਸਭਨਾਂ ਨੂੰ ਜੀਓ ਆਇਆ। ਸਤਿਗੁਰੂ ਪਾਤਸ਼ਾਹ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਹੈ, ਸੰਗਤਾਂ ਨੇ ਬੜੇ ਪਿਆਰ ਨਾਲ ਪ੍ਰਾਪਤ ਕਰਨੀ ਹੈ। ਔਰ ਸਿੰਘਾਂ ਵੱਲੋਂ ਇਧਰ ਬੇਸਮੈਂਟ ਵਾਲੇ ਪਾਸੇ ਲੰਗਰ ਵੀ ਲਗਾਏ ਗਏ ਨੇ। ਸਭ ਨੇ ਛਕ ਕੇ ਜਾਣ ਦੀ ਕਿਰਪਾਲਤਾ। ਅਤੇ ਸਤਿਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਜੀ, ਬਾਬਾ ਕੁੰਦਨ ਸਿੰਘ ਜੀ, ਭਲਾਈ ਟਰਸਟ ਕੇਂਦਰ ਲੁਧਿਆਣਾ ਤੋਂ, ਉਹ ਵੀ ਉਚੇਚੇ ਤੌਰ ਤੇ ਅੱਜ ਦੇ ਸਮਾਗਮ ਵਿੱਚ ਹਾਜ਼ਰ ਹੋਏ ਨੇ। ਉਹਨਾਂ ਦਾ ਵੀ ਜਥੇ ਸਮੇਤ ਇੱਥੇ ਪਹੁੰਚਣ ਤੇ ਜੀ ਆਇਆਂ, ਬਹੁਤ ਬਹੁਤ ਧੰਨਵਾਦ। ਸੋ ਕਿਸੇ ਦਾ ਨਾਮ ਰਹਿ ਗਿਆ ਹੋਵੇ ਮੈਂ ਖਿਮਾ ਦਾ ਜਾਚਕਾਂ। ਆਪ ਸਰਬੱਤ ਸੰਗਤਾਂ ਜੋ ਨਿਤਾ ਪ੍ਰਤ ਹਰ ਰੋਜ਼ ਨੇਮ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਜੁੜ ਕਰਕੇ ਕਥਾ ਸਰਵਣ ਕਰਦੇ ਹੋ,